ਔਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੋਇਆ ਹੈ ਧੰਨ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਬਾਰੇ, ਗੁਰਸਿੱਖਾਂ ਦੀ ਸ਼ਹਾਦਤ ਬਾਰੇ ਆਪ ਸੰਗਤਾਂ ਨਾਲ ਕੁਝ ਵਿਚਾਰ ਰੱਖੇ ਜਾਣ। ਸਾਧ ਸੰਗਤ, ਜਦੋਂ ਸ਼ਹੀਦ ਸ਼ਬਦ ਬਾਰੇ ਗੱਲ ਕਰਦੇ ਹਾਂ, ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਗਵਾਹੀ ਦੇਣਾ, ਸੱਚ ਦੇ ਲਈ ਗਵਾਹੀ ਦੇਣਾ। ਸ਼ਹੀਦ ਸ਼ਬਦ ਭਾਵੇਂ ਇਸਲਾਮ ਦੇ ਵਿੱਚੋਂ ਆਇਆ ਹੈ, ਪਰ ਕੁਰਾਨ ਦੇ ਵਿੱਚ ਇਸ ਦਾ ਕਿਧਰੇ ਵੀ ਜ਼ਿਕਰ ਨਹੀਂ ਮਿਲਦਾ। ਹਦੀਸਾਂ ਦੇ ਵਿੱਚ ਜ਼ਿਕਰ ਜ਼ਰੂਰ ਆਉਂਦਾ ਹੈ। ਇੱਥੋਂ ਤੱਕ ਪੰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਪਹਿਲਾਂ, ਸੰਪਾਦਿਤ ਤੋਂ ਪਹਿਲਾਂ, ਹਿੰਦੁਸਤਾਨ ਦੇ ਵਿੱਚ ਅਨੇਕਾਂ ਗ੍ਰੰਥ ਹੋਂਦ ਦੇ ਵਿੱਚ ਆਉਂਦੇ ਨੇ। ਉਹਨਾਂ ਦੇ ਵਿੱਚ ਯੱਗਾਂ ਦੀ ਜ਼ਿਕਰ ਕੀਤਾ ਗਿਆ, ਬਲੀਆਂ ਬਾਰੇ ਜ਼ਿਕਰ ਕੀਤਾ ਗਿਆ, ਪਰ ਸ਼ਹਾਦਤ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੋ ਵਾਰੀ ਸ਼ਹੀਦ ਸ਼ਬਦ ਆਉਂਦਾ ਹੈ। ਇੱਕ ਵਾਰੀ ਗੁਰੂ ਨਾਨਕ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਪੀਰ ਪਕਾਮਰ ਸਾਲਕ ਸਾਧਕ ਸੋਂਦੇ ਔਰ ਸ਼ਹੀਦ। ਦੂਸਰੀ ਵਾਰੀ ਭਗਤ ਰਵਿਦਾਸ ਜੀ ਬਚਨ ਕਰਦੇ ਨੇ, ਜਾ ਕੇ ਈਦ ਬਕਰੀਦ ਕੁਲ ਗਊਰੇ ਵੱਧ ਕਰੇ ਮਾਨੀਆ ਸ਼ੇਖ ਸ਼ਹੀਦ ਪੀਰਾ। ਇਸਲਾਮ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਆਉਂਦਾ। ਸ਼ਹੀਦ ਦਾ ਪੈਰਾਮੀਟਰ ਦੇਖੋ, ਕੇਵਲ ਤੇ ਕੇਵਲ ਦੰਦ ਟੁੱਟਣ ਤੱਕ ਹੀ ਸੀ ਜਿਸ ਨੂੰ ਸ਼ਹੀਦ ਕਿਹਾ ਗਿਆ। ਇੱਕ ਜੰਗ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਅਤੇ ਉਮੈਤ ਬਿਨ ਕਮਈਆ ਲੜ ਰਹੇ ਨੇ। ਉਸ ਸਮੇਂ ਇੱਕ ਇਹ ਹੁੰਦਾ ਸੀ, ਪ੍ਰਚਲਿਤ ਕਹਿ ਲਓ, ਰਿਵਾਜ ਕਹਿ ਲਓ, ਜਿਹੜਾ ਆਪਣੇ ਆਪ ਨੂੰ ਹਾਰਦਾ ਦਿਸਦਾ ਸੀ ਉਹ ਜ਼ਮੀਨ ਉੱਤੇ ਲੇਟ ਜਾਂਦਾ ਸੀ। ਨਾਟਕ ਕੀਤਾ ਜਾਂਦਾ ਸੀ ਕਿ ਉਹਦੀ ਡੈਥ ਹੋ ਗਈ ਜਾਂ ਚਲਾਣਾ ਕਰ ਗਿਆ। ਇਹ ਜਦੋਂ ਜੰਗ ਹੋ ਰਿਹਾ, ਇਹਦੇ ਵਿੱਚ ਵੀ ਇਹੀ ਦ੍ਰਿਸ਼ਟਾਂਤ ਵਾਪਰਦਾ ਹੈ। ਤੇ ਇਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਜਦੋਂ ਵਾਰ ਹੁੰਦਾ ਹੈ, ਹਜ਼ਰਤ ਉਮੈਤ ਬਿਨ ਕਮਈਆ, ਵਾਹਿਗੁਰੂ ਉਮੈਤ ਬਿਨ ਕਮਈਆ ਜਦੋਂ ਵਾਰ ਕਰਦਾ ਹੈ ਤੇ ਹਜ਼ਰਤ ਮੁਹੰਮਦ ਸਾਹਿਬ ਜ਼ਮੀਨ ਉੱਤੇ ਲੇਟਦੇ ਨੇ। ਜਦੋਂ ਘੋੜੇ ਤੋਂ ਉਤਰ ਕੇ ਆ ਕੇ ਉਹ ਦੇਖਦਾ ਹੈ ਤੇ ਉਹ ਕਿਰਪਾਨ ਦੀ ਮੁੱਠ ਦੇ ਨਾਲ ਦੰਦ ਤੋੜਦਾ ਹੈ। ਜਿਹੜਾ ਉਹ ਦੰਦ ਟੁੱਟਾ ਹੋਇਆ ਦੇਖਦਾ ਹੈ, ਇਹਨੂੰ ਵਾਰਿਸ ਸ਼ਾਹ ਲਿਖਦਾ ਹੈ ਕਿ ਤਕਦੀਰ ਵਾਰਿਸ ਸ਼ਾਹ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਿਸੇ ਤੋਂ ਹਟਦੀ ਆ। ਇੱਕ ਟੁੱਟੇ ਹੋਏ ਦੰਦ ਨੂੰ ਸ਼ਹੀਦ ਦਾ ਦਰਜਾ ਜਿਹੜਾ ਉਹ ਦਿੱਤਾ ਗਿਆ। ਪਰ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ, ਜਿਹੜਾ ਇਹ ਸਿਧਾਂਤ ਦਿੱਤਾ ਸੀ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰਬਾਣੀ ਚ ਆਪਾਂ ਸਿਧਾਂਤ ਪੜ੍ਹਦੇ ਆ, ਮਰਨ ਮਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੋ, ਸੂਰੇ ਸਹੀ ਆਗਿਆ ਰੱਖੀਏ, ਦਰਗਾ ਪਾਵੇ ਸਾਚੀ ਮਾਣੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰਸਿੱਖਾਂ ਦੀਆਂ ਸ਼ਹਾਦਤਾਂ, ਗੁਰੂ ਸਾਹਿਬਾਨ ਦੀ ਸ਼ਹਾਦਤ, ਸ਼ਹੀਦ ਸ਼ਬਦ ਦੇ ਅਰਥ ਅਸਲ ਦੇ ਵਿੱਚ ਗੁਰੂ ਸਾਹਿਬਾਨ ਨੇ ਜਾਂ ਸਿੱਖਾਂ ਨੇ ਆਪਣੀ ਸ਼ਹਾਦਤ ਦੇ ਕੇ ਹੀ ਕੀਤੇ। ਧੰਨ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਬਾਰੇ ਆਪਾਂ ਵਿਚਾਰ ਚਰਚਾ ਕਰਨੀ। ਸ਼ੁਰੂਆਤ ਦੇ ਵਿੱਚ ਮੈਂ ਸਾਧ ਸੰਗਤ ਇੱਕ ਬੇਨਤੀ ਕਰਦੇ ਆ। ਕੇਵਲ ਅਸੀਂ ਕਈ ਵਾਰੀ ਦੇਖਦੇ ਆ ਕਥਾ ਦੇ ਵਿੱਚ ਜਾਂ ਲੈਕਚਰਾਂ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਕੇਵਲ ਬੈਰਾਗ ਦੀ ਮੂਰਤ ਜਾਂ ਤਿਆਗ ਦੀ ਮੂਰਤ ਕਿਹਾ ਜਾਂਦਾ ਹੈ। ਵੈਸੇ ਤਾਂ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਨਾ, ਗੁਰੂ ਦੇ ਨਾਲ ਤਖੱਲਸ ਲਾਉਣੇ ਇਹ ਕੇਵਲ ਤੇ ਕੇਵਲ ਸਾਡੀ ਸੋਚ ਹੁੰਦੀ ਹੈ। ਅਸੀਂ ਜਿਹੜਾ ਗੁਣ ਦੇਖ ਲਿਆ ਉਹ ਤਖੱਲਸ ਲਾ ਦਿੱਤਾ। ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਪਾਵਨ ਬਾਣੀ ਦੇ ਦਰਸ਼ਨ ਕਰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਤੇ ਪਾਵਨ ਬਾਣੀ ਦੇ ਵਿੱਚੋਂ ਜਿੱਡੀ ਵੱਡੀ ਸੂਰਬੀਰਤਾ ਸਾਨੂੰ ਦੇਖਣ ਨੂੰ ਮਿਲਦੀ, ਉਹ ਹੋਰ ਕਿਧਰੇ ਵੀ ਨਹੀਂ ਮਿਲਦੀ। ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਸ਼ਹੀਦੀ ਦੀ ਗੱਲ ਹੀ ਕਰਨੀ। ਸ਼ੁਰੂਆਤ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੂਰਬੀਰਤਾ ਤੇ ਇੱਕ ਜੀਵਨ ਦੀ ਘਟਨਾ। ਵਾਕਈ ਜੇ ਉਹਨਾਂ ਨੇ ਕਿਹਾ ਇਹ ਭੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਣ, ਤੇ ਇਹ ਕਿੰਨੀ ਕਮਾਲ ਦੀ ਗੱਲ ਸੀ। ਨਾ ਡਰੋ ਅਤੇ ਨਾ ਡਰਾਉਣਾ। ਜਿਹੜਾ ਪਹਿਲਾ ਬਚਨ ਹੈ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਦੋਂ ਬਾਣੀ ਸ਼ੁਰੂ ਹੁੰਦੀ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੂਰਬੀਰਤਾ ਦਾ ਸ਼ਬਦ ਹੀ ਹੈ। ਸਾਧ ਸੰਗਤੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ। ਇਹ ਸੂਰਬੀਰਤੇ ਜਿਹੜੇ ਆਪਣੇ ਆਪ ਨੂੰ ਸਾਧੂ ਕਹਿੰਦੇ ਸੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਕਿਹਾ ਵੀ ਸਾਧੂਓ, ਕੇਵਲ ਵਿਖਾਵੇ ਨਾਲ ਨਹੀਂ, ਭੇਖ ਨਾਲ ਨਹੀਂ, ਮਨ ਦਾ ਹੰਕਾਰ ਛੱਡੋ। ਇਹ ਚੀਜ਼ਾਂ ਨੂੰ ਛੱਡੋ, ਜਿਹੜੇ ਵਿਖਾਵੇ ਕਰਦੇ ਹੋ, ਕਪਟ ਕਰਦੇ ਹੋ, ਇਹਨਾਂ ਨੂੰ ਛੱਡੋ। ਸਾਧੂ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ,
ਤਾਂ ਤੇ ਅਹਨਿਸ ਭਾਗੋ। ਸਤਿਗੁਰ ਸੱਚੇ ਪਾਤਸ਼ਾਹ ਦੀ ਜਦੋਂ ਬਾਣੀ ਨੂੰ ਪੜ੍ਹਦੇ ਆ ਨਾ, ਤੇ ਸੱਚੇ ਪਾਤਸ਼ਾਹ ਨੇ ਸੂਰਬੀਰਤਾ ਦੇ ਅਨੇਕਾਂ ਸ਼ਬਦ ਜਿਹੜੇ ਆ ਉਹ ਸਾਡੇ ਸਾਹਮਣੇ ਦਿੱਤੇ ਆ। ਗੁਰੂ ਤੇਗ ਬਹਾਦਰ ਸਤਿਗੁਰ ਸੱਚੇ ਪਾਤਸ਼ਾਹ ਦਾ ਪਹਿਲਾ ਜੀਵਨ ਜਿਹੜਾ ਹੈ ਉਹ ਸਾਡੇ ਸਾਹਮਣੇ ਆ। ਸਤਿਗੁਰਾਂ ਨੇ ਪ੍ਰਚਾਰਕ ਦੌਰੇ ਵੀ ਕੀਤੇ, ਸੰਗਤਾਂ ਨੂੰ ਉਪਦੇਸ਼ ਵੀ ਦਿੱਤਾ। ਗੁਰਸਿੱਖੀ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਵੀ ਅਨੇਕਾਂ ਪ੍ਰਚਾਰਕ ਦੌਰੇ ਕੀਤੇ, ਗੁਰਗੱਦੀ ਤੇ ਬੈਠਣ ਤੋਂ ਬਾਅਦ ਵੀ। ਤੇ ਕਈ ਘਟਨਾਵਾਂ ਜ਼ਿਕਰ ਸਾਡੇ ਸਾਹਮਣੇ ਆਉਂਦਾ ਜਿੱਥੇ ਸਤਿਗੁਰੂ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਕਰਮਕਾਂਡਾਂ ਤੋਂ ਬਚਣ ਦਾ ਉਪਦੇਸ਼ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਨ 1671 ਦੇ ਵਿੱਚ, ਇਹ ਜਿਹੜਾ ਸਮਾਂ ਹੈ ਇਰਦ ਗਿਰਦ ਜਿਹੜਾ ਸ਼ਹਾਦਤ ਤੋਂ ਪਹਿਲਾਂ ਦਾ ਸਮਾਂ ਹੈ, ਔਰੰਗਜ਼ੇਬ ਨੇ ਆਪਣੇ ਜਿਹੜੇ ਜ਼ੁਲਮ ਕਰਨੇ ਉਹਨੇ ਸ਼ੁਰੂ ਕਰ ਦਿੱਤੇ ਸੀ। ਉਹ ਕੀ ਕਹਿਣਾ ਚਾਹੁੰਦਾ ਸੀ? ਉਹ ਬਣਾਉਣਾ ਚਾਹੁੰਦਾ ਸੀ ਦਾਰੁਲ ਇਸਲਾਮ। ਦਾਰੁਲ ਇਸਲਾਮ ਦਾ ਭਾਵ ਇਹ ਆ ਕਿ ਜਿੱਥੋਂ ਤੱਕ ਵੀ ਉਹਦਾ ਹੁਕਮ ਚੱਲਦਾ ਹੈ ਜਾਂ ਪੂਰੀ ਸਲਤਨਤ ਜਿਹੜੀ ਆ ਉਹ ਇਸਲਾਮ ਦੇ ਦਾਇਰੇ ਦੇ ਵਿੱਚ ਆ ਜਾਵੇ। ਤਿੰਨ ਸ਼ਬਦ ਆਮ ਤੌਰ ਤੇ ਇਹ ਕਹੇ ਜਾਂਦੇ ਨੇ: ਦਾਰੁਲ ਕੁਫਰ, ਦਾਰੁਲ ਹਰਬ, ਦਾਰੁਲ ਇਸਲਾਮ। ਦਾਰੁਲ ਕੁਫਰ ਇਹਦਾ ਅਰਥ ਇਹ ਹੁੰਦਾ ਜਿੱਥੇ ਕੋਈ ਮੁਸਲਮਾਨ ਨਹੀਂ ਸੀ ਹੈਗਾ। ਦਾਰੁਲ ਹਰਬ ਇਹਦਾ ਅਰਥ ਇਹ ਆ ਬਈ ਜਿੱਥੇ ਰਾਜਾ ਤਾਂ ਮੁਸਲਮਾਨ ਹੈ, ਇਸਲਾਮ ਦਾ ਧਾਰਨੀ ਆ, ਪਰ ਅੱਧਾ ਇਲਾਕਾ ਜਿਹੜਾ ਹੈ ਜਾਂ ਕਹਿ ਲਓ 50% ਜਿਹੜਾ 50% ਹੈ ਉਹ ਅਜੇ ਇਸਲਾਮ ਦੇ ਦਾਇਰੇ ਦੇ ਵਿੱਚ ਨਹੀਂ। ਦਾਰੁਲ ਇਸਲਾਮ ਜਿੱਥੇ ਪੂਰੇ ਰਾਜਾ ਸਮੇਤ ਪ੍ਰਜਾ ਸਮੇਤ ਸਾਰੇ ਉਸ ਮਤ ਦੇ ਧਾਰਨੀ, ਇਸਲਾਮ ਦੇ ਧਾਰਨੀ ਸੀ। ਉਹ ਚਾਹੁੰਦਾ ਸੀ ਔਰੰਗਜ਼ੇਬ ਕਿ ਮੇਰੀ ਸਲਤਨਤ ਦੇ ਵਿੱਚ ਦਾਰੁਲ ਇਸਲਾਮ ਹੀ ਹੋਵੇ ਚਾਰੇ ਪਾਸੇ। ਇਸ ਦੇ ਲਈ ਜਿਹੜੀ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ ਦੀ ਜਿਹੜੀ ਫਰਿਆਦ ਆਉਂਦੀ, ਇੱਥੋਂ ਹੀ ਆਪਾਂ ਸ਼ੁਰੂਆਤ ਕਰਾਂਗੇ ਕਿਉਂਕਿ ਸ਼ਹਾਦਤ ਦਾ ਪੱਖ ਹੀ ਆਪਾਂ ਰੱਖਣਾ ਹੈ। ਔਰੰਗਜ਼ੇਬ ਦੇ ਜਿਹੜੇ ਜ਼ੁਲਮ ਨੇ ਸਾਧ ਸੰਗਤ, ਉਹਨੇ ਮੌਲਾਨੇ, ਉਹਨੇ ਮੁਫਤੀ, ਉਹਨੇ ਕਾਜੀ, ਇਹਨਾਂ ਨੂੰ ਕਿਸੇ ਤਰੀਕੇ ਦੇ ਰਾਹੀਂ ਵੀ ਇਸਲਾਮ ਦਾ ਡਰ ਦੇ ਕੇ, ਵਾਸਤਾ ਪਾ ਕੇ, ਇਹਨਾਂ ਨੂੰ ਖਰੀਦ ਕੇ, ਇਹਨਾਂ ਦੇ ਈਮਾਨ ਦਬਾ ਕੇ, ਇਹਨਾਂ ਨੂੰ ਪੈਸੇ ਥੱਲੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਉਹਨੇ ਕਰਨਾ ਸ਼ੁਰੂ ਕਰ ਦਿੱਤਾ। ਸਰ ਜਾਦੂਨਾਥ ਸਰਕਾਰ ਉਹ ਤਾਂ ਇੱਥੋਂ ਤੱਕ ਲਿਖਦਾ ਹੈ ਵੀ ਸੋਨਾ, ਚਾਂਦੀ, ਜ਼ੇਵਰ, ਹੀਰੇ, ਜ਼ਵਾਰਾਤ ਦੇ ਕੇ ਵੀ ਔਰੰਗਜ਼ੇਬ ਜਿਹੜਾ ਹੈ ਇਹਨਾਂ ਦੇ ਈਮਾਨ ਦੱਬ ਲੈਂਦਾ ਸੀ। ਦੋ ਗੱਲਾਂ ਦਾ ਜ਼ਿਕਰ ਆਉਂਦਾ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ। ਇੱਕ ਮੱਕੇ ਦੇ ਵੱਡੇ ਮੁਫਤੀ ਨੇ, ਇਹ ਬੜੀ ਕਮਾਲ ਦੀ ਗੱਲ ਆ ਵੈਸੇ, ਮੱਕੇ ਦਾ ਵੱਡਾ ਮੁਫਤੀ ਹੋਇਆ, ਉਹਨੇ ਪਹਿਲਾਂ ਤਾਂ ਔਰੰਗਜ਼ੇਬ ਦੀ ਕੋਈ ਭੇਟਾ ਨਹੀਂ ਲਈ, ਪਹਿਲਾਂ ਉਹਨੇ ਮਨਾ ਕਰ ਦਿੱਤਾ, ਪਰ ਬਾਅਦ ਵਿੱਚ ਮਨ ਦੇ ਵਿੱਚ ਕਪਟ ਆ ਗਿਆ ਜਾਂ ਝੁਕਣਾ ਪੈ ਗਿਆ, ਜਾਂ ਇਹ ਕਹਿ ਲਈਏ ਵੀ ਇਹ ਨਹੀਂ ਧਨ ਦੌਲਤ ਜ਼ਮੀਨ ਜਾਇਦਾਦ ਦੇ ਕੇ ਉਹਨੇ ਆਪਣਾ ਈਮਾਨ ਗਵਾ ਬੈਠਾ। ਬਾਅਦ ਵਿੱਚ ਉਹਨੇ ਆਪ ਤੋਹਫੇ ਵੀ ਭੇਜਦਾ ਰਿਹਾ ਔਰੰਗਜ਼ੇਬ ਨੂੰ। ਇੱਕ ਸੱਜਣ ਸੀ ਇਹਨਾਂ ਦੇ ਵਿੱਚ, ਉਹ ਸੀ ਈਰਾਨ ਦਾ ਬਾਦਸ਼ਾਹ ਸ਼ਾਹ ਅਬਾਸ। ਈਰਾਨ ਦਾ ਬਾਦਸ਼ਾਹ ਹੈ ਸ਼ਾਹ ਅਬਾਸ, ਜਿਹੜਾ ਆਪਾਂ ਜੇ ਕਹਿ ਲਈਏ ਵੀ ਗੁਰਬਾਣੀ ਦਾ ਬਚਨ ਹੈ, ਸਿਧਾਂਤ ਤੇ ਸਿੱਖਿਆ ਲੈ ਲਈਏ ਭਾਵੇਂ ਸੱਜਣ ਕੋਈ ਵੀ ਆ, ਡਿਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਡੋਲਿਆ ਨਹੀਂ, ਡਿੱਗਿਆ ਨਹੀਂ, ਇਹਦੇ ਅੱਗੇ ਝੁਕਿਆ ਨਹੀਂ, ਇਹ ਕਹਿ ਲਈਏ ਇਹਦੇ ਸਵਾਰਥ ਅੱਗੇ ਝੁਕਿਆ ਨਹੀਂ, ਕਹਿੰਦੇ ਪੈਸੇ ਅੱਗੇ ਝੁਕਿਆ ਨਹੀਂ, ਉਹ ਖੜਾ ਰਿਹਾ। ਉਹਨੇ ਇਹਨੂੰ ਕਪਟੀ ਵੀ ਕਿਹਾ, ਇਹਦੀ ਰੱਜ ਕੇ ਨਖੇਦੀ ਵੀ ਕੀਤੀ। ਸ਼ਾਹ ਅਬਾਸ ਈਰਾਨ ਦਾ ਬਾਦਸ਼ਾਹ। ਗੁਰਬਾਣੀ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਇਹ ਔਰੰਗਜ਼ੇਬ ਨੇ ਹੁਣ ਸੋਚਿਆ ਵੀ ਮੈਂ ਸਾਰਿਆਂ ਨੂੰ ਦਾਰੁਲ ਇਸਲਾਮ, ਇਸਲਾਮ ਦੇ ਦਾਇਰੇ 'ਚ ਲੈ ਕੇ ਆਵਾਂ ਸਾਰਿਆਂ ਨੂੰ, ਕੋਈ ਵੀ ਬੰਦਾ ਏਦਾਂ ਨਾ ਰਹਿ ਜਾਵੇ। ਗੁਰਬਾਣੀ 'ਚ ਇੱਕ ਜ਼ਿਕਰ ਆਉਂਦਾ ਹੈ, ਹਿਰਨ ਨੂੰ ਗਜਾਇਆ ਜਾਂਦਾ ਹੈ, ਬਾਜ ਨੂੰ ਸਿਖਾਇਆ ਜਾਂਦਾ ਹੈ ਵੀ ਤੁਹਾਨੂੰ ਕੁਛ ਨਹੀਂ ਕਹਿਣਾ, ਆਪਣੇ ਵਰਗੇ ਲਈ ਆਓ ਤੇ ਉਹਨਾਂ ਨੂੰ ਕਾਬੂ ਕਰੀ ਜਾਓ ਤੇ ਤੁਸੀਂ ਆਜ਼ਾਦ ਹੋ। ਉਹਨਾਂ ਨੂੰ ਗੁਲਾਮੀ ਦੀ ਨਿਸ਼ਾਨੀ ਕਹਿ ਦਿੱਤਾ ਜਾਂਦਾ ਹੈ। ਹਰਨਾ, ਬਾਜਾਂ, ਤੈ ਸਿਕਧਾਰਾ, ਇਹਨਾਂ ਪੜ੍ਹਿਆ ਨਾ ਹੋ। ਇਹਨਾਂ ਨੂੰ ਪੜ੍ਹੇ ਲਿਖੇ ਕਿਹਾ ਗਿਆ ਤੇ ਪੜ੍ਹੇ ਹੋਣ ਦੇ ਬਾਵਜੂਦ ਇਹਨਾਂ ਨੇ ਜਿਹੜਾ ਇਹ ਆਪਣੀ ਹੀ ਜਾਂ ਕਹਿ ਲਓ ਭਾਈਚਾਰੇ ਨੂੰ ਜਿਹੜਾ ਕਾਬੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਔਰੰਗਜ਼ੇਬ ਜਿਹੜਾ ਹੈ ਨਾ ਬੜਾ ਚਲਾਕ ਬੰਦਾ ਸੀ, ਜਿਹਨੂੰ ਦਸਮ ਪਾਤਸ਼ਾਹ ਜ਼ਫਰਨਾਮੇ ਤੇ ਵੀ ਕਹਿੰਦੇ ਆ, ਨਾ ਈਮਾ ਪ੍ਰਸਤੀ, ਨਾ ਔਜ਼ਾਏ ਦੀ, ਨਾ ਸਾਹਿਬ ਸਨਾਸ਼ੀ, ਨਾ ਮੁਹੰਮਦ ਯਕੀਨ। ਇਹ ਏਦਾਂ ਦਾ ਬੰਦਾ ਹੈ
ना इनू मुहम्मद ना साहिब दे उत्ते ना अकाल पुरख अल्लाह दे उत्ते भरोसा है। ये किसे दा भी कतल कर दिंदा है। भरोसा इहने पिता ते नहीं कीता, भरावां ते नहीं कीता, ते बाकियां ते की भरोसा इहने करना। साध संगत इहने सोचिया भी जे मैं दारुल इस्लाम बनाउणा है ते सब तो पहला मैं कश्मीर जिहड़ा है उहदे उत्ते पहला इहदी निगाह गई भी मैं ਉਹ कश्मीर ਨੂੰ ਆਪਣੇ ਇਲਾਕੇ ਦੇ ਵਿੱਚ ਜਾਂ ਆਪਣੇ ਹੇਠ ਲੈ ਆਵਾਂ। ਬਾਕੀ ਮੈਨੂੰ ਪੂਰੇ ਹਿੰਦੁਸਤਾਨ ਨੂੰ ਇਸਲਾਮ ਬਣਾਉਣ ਲੱਗਿਆ ਕੋਈ ਦੇਰੀ ਨਹੀਂ ਲੱਗਣੀ। ਇਹਦੇ ਪਿੱਛੇ 4 ਕਾਰਨ ਸੀ ਸਾਧ ਸੰਗਤ ਜੀ। ਉਹ 4 ਕਾਰਨਾਂ ਦੇ ਵਿੱਚ ਪਹਿਲੇ ਨੰਬਰ ਤੇ ਕਸ਼ਮੀਰ ਦੇ ਪੰਡਤ ਜਿਹੜੇ ਸਨ ਉਹ ਵਿਦਵਾਨ ਪੰਡਤ ਸਨ। ਨੰਬਰ 1 ਵੀ ਵਿਦਵਾਨਾਂ ਨੂੰ ਮੈਂ ਲੈ ਆਵਾਂ ਤੇ ਜਿਹੜੇ ਆਮ ਲੋਕ ਨੇ ਉਹ ਦੇਖਣਗੇ ਵੀ ਪੜ੍ਹੇ ਲਿਖੇ ਬੰਦੇ ਆ ਰਹੇ ਨੇ ਤੇ ਅਸੀਂ ਵੀ ਇਸ ਮਤ ਦੇ ਧਾਰਨੀ ਹੋ ਜਾਈਏ। ਦੂਸਰਾ ਕਸ਼ਮੀਰ ਜਿਹੜਾ ਅਫਗਾਨਿਸਤਾਨ ਕਹ ਲੋ, ਪਿਸ਼ਾਵਰ ਕਹ ਲੋ, ਨੇੜੇ ਸੀ ਇਲਾਕਾ ਸੀ ਕਾਬਲ, ਤੇ ਸੋਚਦਾ ਵੀ ਜੇ ਬਗਾਵਤ ਕਰਨਗੇ ਮੈਂ ਜਹਾਦ ਦਾ ਝੰਡਾ ਖੜਾ ਕਰ ਦਾਂਗਾ, ਇਹਨਾਂ ਨੂੰ ਦਬਾ ਦਿਆਂਗਾ। ਤੀਜਾ ਕਸ਼ਮੀਰ ਦੇ ਨੇੜੇ ਤੇੜੇ ਮੁਸਲਮਾਨ ਇਲਾਕਾ ਜ਼ਿਆਦਾ ਸੀ, ਪ੍ਰਭਾਵ ਜ਼ਿਆਦਾ ਪਏਗਾ। ਚੌਥੇ ਨੰਬਰ ਤੇ ਜਿਹੜਾ ਆਪਾਂ ਪਹਿਲਾਂ ਗੁਰਬਾਣੀ ਦਾ ਪ੍ਰਮਾਣ ਪੜ੍ਹਿਆ ਇਹ ਵੀ ਚੀਜ਼ ਆ ਜਾਂਦੀ ਸੀ ਬਈ ਇਹਨਾਂ ਨੂੰ ਖਰੀਦਿਆ ਜਾਵੇ। ਕੁਝ ਪੰਡਤਾਂ ਨੂੰ, ਕੁਝ ਵਿਦਵਾਨਾਂ ਨੂੰ ਲਾਲਚੀ ਤਾਂ ਵਿੱਚ ਆ ਹੀ ਜਾਂਦੇ ਆ। ਇਤਿਹਾਸ ਦੇ ਵਿੱਚ ਅੱਜ ਤੱਕ ਆਪਾਂ ਪੜ੍ਹਦੇ ਆਏ ਆ ਬਈ ਜਿਹੜੇ ਲਾਲਚੀ ਹੁੰਦੇ, ਖੁਦਗਰਜ ਹੁੰਦੇ, ਉਹ ਕਿਤੇ ਵੀ ਪਿੱਠ ਦਿਖਾ ਦਿੰਦੇ ਆ। ਸਤਿਗੁਰਾਂ ਨੇ ਗੁਰਬਾਣੀ 'ਚ ਵੀ ਬਚਨ ਕੀਤਾ ਨਾ, ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ। ਸਵਾਰਥ ਦੀ ਗੱਲ ਆ ਜਾਂਦੀ ਹੈ। ਇਹ 4 ਕਾਰਨ ਨੇ ਸਾਧ ਸੰਗਤ। ਪਹਿਲਾ ਪੰਡਤ ਵਿਦਵਾਨ ਸਨ, ਦੂਜਾ ਪਿਸ਼ਾਵਰ ਦੇ ਨੇੜੇ ਸੀ, ਬਗਾਵਤ ਕਰ ਦਿਆਂਗਾ। ਤੀਜਾ ਇਹਦਾ ਇਸਲਾਮ ਦਾ ਦਾਇਰਾ ਉੱਥੇ ਜਾਉਦਾ ਸੀ। ਚੌਥੇ ਨੰਬਰ ਤੇ ਵੀ ਕੁਝ ਪੰਡਤ ਜਿਹੜੇ ਆ ਉਹਨਾਂ ਨੂੰ ਖਰੀਦਿਆ ਵੀ ਜਾ ਸਕਦਾ ਹੈ। ਜਿਹੜਾ ਉੱਥੋਂ ਦੇ ਗਵਰਨਰ ਥਾਪਦਾ ਹੈ ਔਰੰਗਜ਼ੇਬ, ਸੈਫ ਖਾਨ ਨੂੰ ਭੇਜਦਾ ਹੈ, ਇਹਦੀ ਤਸੱਲੀ ਨਹੀਂ ਹੁੰਦੀ। ਸਬਰੇਜ ਖਾਨ ਨੂੰ ਭੇਜਦਾ ਹੈ ਜਾ ਕੇ ਵੀ ਕੱਟ ਵੱਡ ਕਰ, ਜਿੱਦਾਂ ਮਰਜ਼ੀ ਕਰ, ਇਸਲਾਮ ਦੇ ਦਾਇਰੇ 'ਚ ਲੈ ਕੇ ਆ, ਤਸੱਲੀ ਨਹੀਂ ਹੋਈ। ਫਿਰ ਸੈਫ ਖਾਨ ਨੂੰ ਭੇਜਦਾ, ਫਿਰ ਸੰਤੁਸ਼ਟੀ ਨਹੀਂ ਹੋਈ। ਅਖੀਰ ਦੇ ਵਿੱਚ ਜਦੋਂ ਭੇਜਦਾ ਤੇ ਇਹ ਇਫਤਖਾਰ ਖਾਨ ਨੂੰ ਸ਼ੇਰ ਅਫਗਾਨ ਦਾ ਅਵਾਰਡ ਦੇ ਕੇ ਉੱਥੇ ਭੇਜਦਾ ਹੈ ਵੀ ਪਹਿਲਾਂ ਤਾਂ ਤੂੰ ਪਿਆਰ ਨਾਲ ਸਮਝਾ, ਨਹੀਂ ਪਿਆਰ ਨਾਲ ਸਮਝਦੇ, ਲਾਲਚ ਦੇ, ਲਾਲਚ ਨਹੀਂ ਸਮਝਦੇ, ਤੇ ਉਸ ਤੋਂ ਬਾਅਦ ਜਿਹੜੇ ਆ ਉਹ ਤੂੰ ਜਿੱਦਾਂ ਤੇਰਾ ਜੀ ਕਰਦਾ ਉਹ ਧੱਕਾ ਕਰ ਸਕਦਾ ਹੈ। ਇਦਾਂ ਹੀ ਕੁਝ ਹੋਇਆ ਸਾਧ ਸੰਗਤ। ਆਪ ਇਤਿਹਾਸ ਦੇ ਗਿਆਤਾ ਹੋ, ਸਾਰਾ ਕੁਝ ਇਦਾਂ ਹੀ ਹੋ ਰਿਹਾ ਹੈ। ਤੇ ਔਰੰਗਜ਼ੇਬ ਨੇ ਜਿਹੜੀਆਂ ਉੱਥੇ ਕਸ਼ਮੀਰ ਦੇ ਵਿੱਚ ਜਿਹੜੀਆਂ ਕਠਿਨਾਈਆਂ ਆਈਆਂ, ਸਭ ਤੋਂ ਪਹਿਲਾਂ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਗਿਆ। ਆਰਥਿਕ ਤੌਰ ਤੇ ਕਮਜ਼ੋਰ ਹੋ ਗਏ ਤੇ ਛੇਤੀ ਕਾਬੂ ਆ ਜਾਣਗੇ। ਜਿਹੜੀਆਂ ਨੌਕਰੀਆਂ ਕਹਿ ਲਈਏ, ਨੌਕਰੀਆਂ ਦਿੱਤੀਆਂ ਜਾਂਦੀਆਂ ਸੀ, ਉਹਨਾਂ ਨੌਕਰੀਆਂ ਦੇ ਵਿੱਚ ਹਿੰਦੂਆਂ ਦੀਆਂ ਜਿਹੜੀਆਂ ਉਹ ਸੀਟਾਂ ਕਹਿ ਲਓ ਬਿਲਕੁਲ ਖਤਮ ਕਰ ਦਿੱਤੀਆਂ। ਤੇ ਉਸ ਤੋਂ ਬਾਅਦ ਜਿਹੜਾ ਟੈਕਸ ਦਿੱਤਾ ਜਾਂਦਾ ਸੀ ਉਹ ਦੁੱਗਣਾ ਚੌਗਣਾ ਕਰ ਦਿੱਤਾ ਗਿਆ। ਟੈਕਸ ਜਿਹੜਾ ਹਿੰਦੂਆਂ ਦੇ ਉੱਤੇ ਤੇ ਜਿਹੜਾ ਮੁਸਲਮਾਨ ਵੀਰ ਸੀ ਜਾਂ ਸੱਜਣ ਸੀ ਉਹਨਾਂ ਦੇ ਉੱਤੇ ਬਿਲਕੁਲ ਹਟਾ ਦਿੱਤਾ ਗਿਆ। ਇਹਨਾਂ ਦੇ ਉੱਤੇ ਟੈਕਸ ਜਿਹੜਾ ਦੁੱਗਣਾ ਚੌਗਣਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮਥੁਰਾ ਦਾ ਜ਼ਿਕਰ ਆਉਂਦਾ ਹੈ ਬਈ ਮੰਦਿਰਾਂ ਦੀ ਗੱਲ ਆਉਂਦੀ ਹੈ, ਬੁੱਤਖਾਨੇ ਤੋੜ ਦਿੱਤੇ ਗਏ, ਮੰਦਿਰ ਤੋੜ ਦਿੱਤੇ ਗਏ। ਇੱਕ ਮੰਦਿਰ ਦਾ ਮੈਂ ਜ਼ਿਕਰ ਕਰਨਾ, ਬਾਕੀ ਸਾਰੀ ਗੱਲ ਵਿੱਚ ਹੀ ਸਾਰੀ ਕਲੀਅਰ ਹੋ ਜਾਵੇਗੀ। ਮਥੁਰਾ ਦਾ ਵੱਡਾ ਮੰਦਿਰ ਸੀ ਜਿਹੜਾ ਨਰਸਿੰਘ ਬੰਦੇਲਾ ਨੇ, ਨਰਸੰਘ ਬੰਦੇਲਾ ਨੇ ਜਹਾਂਗੀਰ ਤੋਂ ਆਗਿਆ ਲੈ ਕੇ 33 ਲੱਖ ਰੁਪਏ ਦਾ ਉਸ ਸਮੇਂ ਬਣਾਇਆ ਸੀ। ਨਰਸੰਘ ਬੰਦੇਲਾ ਨੇ ਜਹਾਂਗੀਰ ਤੋਂ ਆਗਿਆ ਲਈ, ਜਹਾਂਗੀਰ ਨੇ ਆਗਿਆ ਦੇਤੀ, 33 ਲੱਖ ਰੁਪਏ ਦਾ ਉਸ ਸਮੇਂ ਉਸਨੇ ਮੰਦਿਰ ਬਣਾਇਆ। ਤੇ ਕਹਿੰਦੇ ਇੰਨਾ ਕਮਾਲ ਦਾ ਮੰਦਿਰ ਸੀ, ਬਾਹਰੋਂ ਸਜਾਵਟ ਕਹਿੰਦੇ ਦੇਖਣ ਨੂੰ ਲੋਕੀ ਮੂੰਹ ਵਿੱਚ ਉਂਗਲਾ ਪਾ ਲੈਂਦੇ ਸਨ ਜਦੋਂ ਇਸ ਮੰਦਿਰ ਨੂੰ ਦੇਖਦੇ ਸਨ। ਔਰੰਗਜ਼ੇਬ ਨੇ ਹੁਕਮ ਕੀਤਾ, ਉਹ ਕਹਿੰਦੇ ਚੰਦ ਦਿਨਾਂ ਦੇ ਵਿੱਚ ਹੀ ਉਹ ਮੰਦਿਰ ਮਿੱਟੀ ਦੇ ਵਿੱਚ ਰਲਾ ਦਿੱਤਾ ਗਿਆ। ਇੰਨਾ ਕੁਝ ਇਹਨਾਂ ਉੱਤੇ ਜ਼ੁਲਮ ਸਾਰਾ ਕੁਝ ਹੋਣ ਲੱਗ ਪਿਆ ਸੀ। ਇਹ ਸਾਰੇ ਫਿਰ ਇਸ ਗੱਲੋਂ ਡਰਦੇ ਫਰਿਆਦ ਵੀ ਕੀਤੀ। ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂ ਕਿ ਦੁਖੀ ਵਿਪਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਇੱਥੇ ਆ ਕੇ ਬਰਿਆਦ ਕੀਤੀ, ਬਾਂਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ, ਵੀ ਅਸੀਂ ਦੁਖੀ ਹਾਂ, ਅਸੀਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਤੁਹਾਨੂੰ ਬਾਂਹ ਫੜਾਉਣ ਆਇਆ ਤੇ ਕਿਰਪਾ ਕਰਕੇ ਸਾਡੀ ਇਹ ਵਿਥਿਆ ਏ, ਸਾਡਾ ਇਹ ਦੁੱਖ ਹੈ, ਕਿਰਪਾ ਕਰਕੇ ਆਪ ਸਾਡਾ ਇਹ ਦੁੱਖ ਜਿਹੜਾ ਏ ਇਹਨੂੰ
दूर करो। हुण साध संगत इत्थे इतिहास दा जिहड़ा पक्ष है, आपां कई पक्ष इत्थे विचारने आ। ਉਹ दुखी ने, वो आया गुरु तेग बहादुर सतगुरु सच्चे पातशाह महाराज ने बांह फड़ी। मैं एक बेनती करा, गुरु पातशाह दा गुरबाणी दे विच एक शब्द आउंदा है सतगुरु दी महिमा उत्ते, सतगुरु मेरा सदा दयाला, मोए दीन को राख लिया, काटिया रोग महा सुख पाया, हर अमृत मुख नाम दिया, अनिक पाप मेरे पर हरिया, बंधन काटे मुक्त भये, अंधकूप अन्ना खूह महाघोर ते, बांह पकड़ गुर काढ़ लिए। बस आ शब्द ने ही ये सारी अर्थ कर ਦਿੱਤੀ। ਖੂਹ ਦੇ ਵਿੱਚ ਡਿੱਗੇ ਹੋਏ ਸੀ, ਜਿੱਥੇ ਧਰਮ ਨਾਲ ਇਜਾਜ਼ਤ ਨਹੀਂ ਸੀ ਜਿਉਣ ਦੀ, ਸੁਤੰਤਰਤਾ ਨਾਲ ਜਿਉਂਦੇ ਨਹੀਂ ਸੀ ਰਹਿ ਸਕਦੇ, ਜਿੱਥੇ ਆਰਥਿਕ ਸ਼ੋਸ਼ਣ ਹੋ ਰਿਹਾ ਸੀ, ਸਮਾਜਿਕ ਸ਼ੋਸ਼ਣ ਹੋ ਰਿਹਾ ਸੀ। ਤੇ ਜਦੋਂ ਸੱਚੀ ਗੁਰੂ ਦੀ ਸ਼ਰਨ ਦੇ ਵਿੱਚ ਆਏ, ਗੁਰਬਾਣੀ ਦਾ ਸਿਧਾਂਤ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਤੇ ਸਤਿਗੁਰੂ ਨੇ ਅੰਧਕੂਪ महाघोर ते बांह पकड़ गुर काढ़ लिए। गुरु ने बांह फड़ी, आप इतिहास का भी वचन पढ़ते ना, बांह दिना दी पकड़िए सिर दीजै बांह ना छोड़िए, गुर तेग बहादुर बोलिया धर पईए धर्म ना छोड़िए। उन्होंने अपने आके जिहड़ी ये विथ्या दित्ती। हुण जिहड़ी उन्होंने अपना दुख दस्सिया, ਉਹ ਦੁੱਖ ਸੁਣਾਉਣ ਵਾਲਿਆਂ ਦੇ ਵਿੱਚ ਇੱਥੇ ਇੱਕ ਮੈਂ ਨਿੱਕੀ ਜੀ ਬੇਨਤੀ ਕਰਾਂ, ਜਿਹੜਾ ਮੁਖੀ ਪੰਡਤ ਹੈ ਉਹ ਪੰਡਤ ਹੈ ਕਿਰਪਾ ਰਾਮ। ਤੇ ਪੰਡਤ ਕਿਰਪਾ ਰਾਮ ਹੈ ਸਾਧ ਸੰਗਤ, ਜਿਹੜਾ ਇਹਦੇ ਬਾਰੇ ਇਤਿਹਾਸ ਦੀ ਜਦੋਂ ਆਪਾਂ ਖੋਜ ਕਰਦੇ ਹਾਂ ਤੇ ਬੜੀ ਕਮਾਲ ਦੀ ਗੱਲ ਸਾਡੇ ਸਾਹਮਣੇ ਆਉਂਦੀ ਆ ਵੀ ਇਹਦਾ ਪੜਦਾਦਾ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਕ ਬਣਿਆ ਸੀ, ਪੰਡਤ ਕਿਰਪਾ ਰਾਮ ਦਾ। ਇਹਦੇ ਪੜਦਾਦਾ ਜਿਹੜਾ ਹੈ ਉਹ ਗੁਰੂ ਨਾਨਕ ਦੇ ਪਾਤਸ਼ਾਹ ਵਾਹਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਸਿੱਖ ਬਣਦਾ ਹੈ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਦੋਂ ਜਾਂਦੇ ਆ ਨਾ ਕਸ਼ਮੀਰ ਦੇ ਵਿੱਚ, ਤੇ ਇਹਦਾ ਦਾਦਾ ਹੀ ਸੀ ਜਿਹੜਾ ਭਰ ਕੇ ਲੈ ਕੇ ਆਇਆ ਸੀ ਗੱਡੇ, ਕਿਤਾਬਾਂ ਦੇ ਭਰ ਕੇ ਲੈ ਕੇ ਆਇਆ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਉੱਥੇ ਸਿੱਖਿਆ ਦਿੱਤੀ ਸੀ ਤੇ ਇੱਕ ਬਚਨ ਕਿਹਾ ਸੀ, ਅਖੀਰਲੀ ਤੋਕੀ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਖ। ਵੀ ਇੱਕ ਗੱਲ ਜਿਹੜੀ ਪ੍ਰਮਾਤਮਾ ਦੀ ਵਾਹਿਗੁਰੂ ਦੇ ਨਾਮ ਦੀ ਗੱਲ ਦੱਸੀ ਸੀ, ਤੇ ਬਾਕੀ ਸਾਰਾ ਕੁਝ ਜਿਹੜਾ ਇਹ ਸਾਰਾ ਕੁਝ ਵਿਅਰਥ ਹੈ। ਉਹ ਗੁਰੂ ਘਰ ਦਾ ਸਿੱਖ ਬਣਿਆ, ਉਹਦਾ ਅੱਗੇ ਪੁੱਤਰ, ਅੱਗੇ ਪੀੜ੍ਹੀ ਚੱਲਦੀ ਨਾਰਾਇਣ ਦੱਤ, ਅੜੂ ਰਾਮ, ਤੇ ਅਖੀਰ ਚ ਜਾ ਕੇ ਪੰਡਤ ਕਿਰਪਾ ਰਾਮ ਦੱਤ ਵੀ ਕਹਿ ਦਿੰਦੇ ਆ। ਤੇ ਇਹਦੇ ਬਾਰੇ ਵੀ ਇਹ ਸੱਚਾਈ ਇਹ ਆ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਤੋਂ ਇਹਦਾ ਪੜਦਾਦਾ ਸਿੱਖ ਬਣਦਾ ਹੈ। ਬਾਅਦ ਵਿੱਚ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਸਿੱਖ ਬਣ ਜਾਂਦਾ, ਤੇ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਦਾ ਜਾਮਾ ਜਿਹੜਾ ਹੈ ਉਹ ਪੰਡਤ ਕਿਰਪਾ ਰਾਮ ਜੀ ਕਿਰਪਾ ਸਿੰਘ ਬਣ ਕੇ ਸ਼ਹਾਦਤ ਦਾ ਜਾਮਾ ਪੀਂਦੇ ਆ। ਥੋੜੀ ਜਿਹੀ ਇੱਥੇ ਬੇਨਤੀ ਕਰਦੇ ਆ, ਆਮ ਤੌਰ ਤੇ ਇਸ ਚੀਜ਼ ਨੂੰ ਪੇਸ਼ ਕਰ ਦਿੱਤਾ ਜਾਂਦਾ ਹੈ ਬਈ ਸਨਾਟਾ ਛਾ ਗਿਆ ਚਾਰੇ ਪਾਸੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ 9 ਸਾਲ ਦੀ ਉਮਰ ਚ ਗੋਬਿੰਦ ਰਾਏ ਦੇ ਰੂਪ ਚ ਆਏ, ਆ ਕੇ ਪੁੱਛਿਆ ਪਿਤਾ ਜੀ ਸਨਾਟਾ ਕਿਉਂ ਹੈ? ਤੇ ਸਤਿਗੁਰੂ ਕਹਿੰਦੇ ਇਹਨਾਂ ਦਾ ਧਰਮ ਖਤਰੇ ਚ ਆ। ਤੇ ਉਹਨਾਂ ਨੇ ਕਿਹਾ ਵੀ ਜਾਓ, ਵੀ ਤੁਹਾਡੇ ਤੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ। ਸਾਧ ਸੰਗਤ ਮੈਂ ਬੇਨਤੀ ਇਹ ਕਰਾਂ, ਠੀਕ ਹੈ ਵਾਰਤਾਲਾਪ ਪਿਤਾ ਪੁੱਤਰ ਦੀ ਹੋ ਸਕਦੀ ਹੈ, ਗੱਲਬਾਤ ਹੋਈ ਹੋਣੀ, ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਗੁਰੂ ਗੋਬਿੰਦ ਰਾਏ ਜਾਂ ਗੁਰੂ ਪਾਤਸ਼ਾਹ 9 ਸਾਲ ਦੀ ਉਮਰ ਚ ਕਹਿੰਦੇ ਹੀ ਨਾ, ਤੇ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਾਂਦੇ ਹੀ ਨਾ। ਸਾਧ ਸੰਗਤ ਏਦਾਂ ਨਹੀਂ, ਗੁਰੂ ਪਾਤਸ਼ਾਹ ਨੇ ਤਾਂ ਮਨ ਬਣਾ ਲਿਆ ਸੀ, ਉਹ ਗੱਲ ਵੱਖਰੀ ਹੈ ਵਾਰਤਾਲਾਪ ਹੋਈ ਹੋਵੇਗੀ, ਤੇ ਵਾਰਤਾਲਾਪ ਦੇ ਵਿੱਚ ਸਾਹਿਬਜ਼ਾਦਾ ਜੀ ਨੇ ਕਿਹਾ ਨਾ ਹੋਣਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਹੋਣਾ, ਉਹ ਇਤਿਹਾਸ ਦਾ ਵੱਖਰਾ ਪਾਨੇ। ਪਰ ਜੇ ਆਪਾਂ ਕੇਵਲ ਇਹੀ ਪੱਖ ਅੱਗੇ ਲੈ ਆਈਏ ਵੀ ਗੋਬਿੰਦ ਰਾਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਤੇ ਉਸ ਤੋਂ ਬਾਅਦ ਜਾ ਕੇ ਸ਼ਹਾਦਤ ਹੋਈ ਆ, ਫਿਰ ਸਾਧ ਸੰਗਤ ਥੋੜਾ ਜਿਹਾ ਗੁਰਮਤਿ ਸਿਧਾਂਤ ਦੇ ਮੁਤਾਬਕ ਥੋੜਾ ਜਿਹਾ ਕੰਮ ਜਿਹੜਾ ਹੈ ਔਖਾ ਹੋ ਜਾਂਦਾ ਹੈ, ਗੁਰਮਤਿ ਸਿਧਾਂਤ ਕਲੀਅਰ ਨਹੀਂ ਹੁੰਦਾ। ਖੈਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਭੇਜ ਦਿੱਤਾ ਵੀ ਤੁਸੀਂ ਜਾਓ ਤੇ ਜਾ ਕੇ ਕਹਿ ਦਿਓ ਵੀ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਇਸਲਾਮ ਧਰਮ ਦੇ ਧਾਰਨੀ ਬਣਾ ਲਓਗੇ, ਬਾਕੀ ਸਾਰੇ ਇਸਲਾਮ ਦੇ ਧਾਰਨੀ ਬਣ ਜਾਣਗੇ। ਇੱਕ ਆਸ ਲੈ ਕੇ ਆਏ ਸੀ, ਉਹ ਆਸ ਮਨ ਦੇ ਵਿੱਚ ਲੈ ਕੇ ਆਏ ਸੀ, ਉਹ ਆਸ ਗੁਰੂ ਘਰੇ ਪੂਰੀ ਹੋਈ, ਖੁਸ਼ੀ ਨਾਲ ਗਏ, ਚਿਹਰੇ ਤੇ ਰੌਣਕ ਸੀ ਵੀ ਹੁਣ ਸਤਿਗੁਰੂ ਸੱਚੇ ਪਾਤਸ਼ਾਹ, ਆਪਾਂ ਇੱਕ ਬਚਨ ਪੜ੍ਹਦੇ ਹਾਂ
ਬਈ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ ਸ਼ਰਨ ਚ ਆ ਗਿਆ ਸਤਿਗੁਰੂ। ਤੂੰ ਮੇਰੇ ਲਈ ਪਹਾੜ ਹੈ, ਤੂੰ ਮੇਰੇ ਲਈ ਪਰਬਤ ਹੈ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਨਾ ਤੁਸੀਂ ਡੋਲਦੇ ਹੋ, ਨਾ ਅਸੀਂ ਗਿਰਨ ਵਾਲੇ ਆ, ਅਸੀਂ ਤੇਰੀ ਸ਼ਰਨ ਚ ਆ ਗਏ ਆ। ਐਸੇ ਸਮਰੱਥ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਹੌਸਲਾ ਦਿੱਤਾ। ਖੈਰ, ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲ ਗੋਬਿੰਦ ਰਾਏ ਨੂੰ 9 ਸਾਲ ਦੀ ਉਮਰ ਦੇ ਵਿੱਚ ਬਿਠਾਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਆਪ 11 ਜੁਲਾਈ ਨੂੰ 1675 ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੰਦਾ ਦੀ ਪੁਰੀ ਤੋਂ ਸ਼ਹੀਦ ਹੋਣ ਲਈ ਜਾਂਦੇ ਨੇ। ਇੱਥੇ ਆ ਕੇ ਲਾਲਾ ਦੌਲਤ ਰਾਏ ਆਰੀਆ ਨੇ ਇੱਕ ਗੱਲ ਕਹੀ। ਉਹ ਕਹਿੰਦਾ ਉਲਟੀ ਗੰਗਾ ਵਹਾ ਦਿੱਤੀ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ। वो कहता आज तक ये तो हुआ है कि कातिल मकतूल के पास जाए, लेकिन ये नहीं हुआ कि मकतूल कातिल के पास आए। ऐसा करके गुरु तेग बहादुर जी ने उल्टी गंगा बहा दी। गुरु पातशाह आप शहीद होने ਲਈ ਜਾਂਦੇ ਨੇ। ਇਸ ਤੋਂ ਅੱਗੇ ਸਾਧ ਸੰਗਤ ਦੋ ਗੱਲਾਂ ਦਾ ਜ਼ਿਕਰ ਹੈ ਜਿਹੜਾ ਆਪ ਜੀ ਨਾਲ ਕਰਨਾ ਮੈਂ ਸਮਝਦਾ ਬੜਾ ਜ਼ਰੂਰੀ ਆ। ਬਈ ਇੱਕ ਤਾਂ ਆਉਂਦੀ ਏ ਇਤਿਹਾਸ ਨੂੰ ਜਦੋਂ ਪੜ੍ਹਦੇ ਆ ਕਿ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਮਲਕਪੁਰ ਰੰਗੜਾ ਤੋਂ, ਜਿਹੜਾ ਤਕਰੀਬਨ ਆਪਾਂ ਕਹਿ ਲਈਏ ਵੀ ਰੋਪੜ ਦੇ ਨੇੜੇ ਹੀ ਆ। ਇੱਕ ਜ਼ਿਕਰ ਆਉਂਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਗਏ ਸੈਫਾਬਾਦ ਸੈਫ ਖਾਨ ਕੋਲ। ਉਹ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਰਧਾਲੂ ਸੀ। ਖੈਰ ਉਹਦੇ ਕੋਲ ਪਹਿਲਾਂ ਵੀ ਗਏ ਆ ਜਿਹੜਾ ਆਪਣਾ ਪਟਿਆਲੇ ਦੇ ਲਾਗੇ ਬਹਾਦਰਗੜ੍ਹ, ਉਹ ਪਹਿਲਾਂ ਸੈਫ ਖਾਨ ਦਾ ਨਾਂ ਤੇ ਹੁੰਦਾ ਸੀ, ਫਿਰ ਉਹ ਬਹਾਦਰਗੜ੍ਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਂ ਤੇ ਚੁਮਾਸਾ ਇੱਥੇ ਕੱਟਿਆ ਜਾਂਦਾ ਹੈ। ਕੁਝ ਇਤਿਹਾਸਕਾਰ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਆਗਰੇ ਜਾ ਕੇ ਗ੍ਰਿਫਤਾਰੀ ਹੁੰਦੀ ਹੈ, ਤੇ ਗ੍ਰਿਫਤਾਰੀ ਵੀ ਇੱਕ ਇਸ ਤਰੀਕੇ ਨਾਲ ਦੱਸੀ ਜਿਹੜਾ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਨਾ, ਉਹ ਪਤਾ ਨਹੀਂ ਕਿਹੜੀ ਤਸਵੀਰ ਅਸੀਂ ਸਿੱਖ ਜਗਤ ਦੇ ਅੱਗੇ ਪੇਸ਼ ਕਰ ਰਹੇ ਹਾਂ ਜਾਂ ਕਈ ਵਾਰੀ ਸਟੇਜਾਂ ਦੇ ਉੱਤੇ ਸੁਣਨ ਨੂੰ ਮਿਲਦੀ ਆ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਅੱਗੇ ਆ ਜਿਹੜੀ ਇੱਕ ਭੇਡਾਂ ਚਾਰਨ ਵਾਲਾ ਕਹਿ ਲਓ ਗਰੀਬ ਸੀ, ਉਹ ਅਰਦਾਸ ਕਰਦਾ ਸੀ ਵੀ ਸੱਚੇ ਪਾਤਸ਼ਾਹ ਜੇ ਤੁਸੀਂ ਗ੍ਰਿਫਤਾਰ ਹੀ ਹੋਣਾ ਹੈ, ਤੁਸੀਂ ਤਾਂ ਸ਼ਹੀਦ ਹੋ ਜਾਣਾ ਹੈ, ਇਨਾਮ ਰੱਖਿਆ ਤੁਸੀਂ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਵੋ ਤੇ ਮੇਰਾ ਘਰ ਜਿਹੜਾ ਹੈ ਉਹ ਪੈਸੇ ਨਾਲ ਭਰ ਜਾਵੇਗਾ। ਤੇ ਗੁਰੂ ਪਾਤਸ਼ਾਹ ਨੇ ਉਹਦੀ ਅਰਦਾਸ ਪੂਰੀ ਕੀਤੀ, ਉਹਦੇ ਰਾਹੀਂ ਜਿਹੜਾ ਇਹ ਸੱਚੇ ਪਾਤਸ਼ਾਹ ਗ੍ਰਿਫਤਾਰ ਹੋ ਗਏ। ਇਹ ਕਿੱਦਾਂ ਦਾ ਤਸਵੀਰ ਜਿਹੜੀ ਅਸੀਂ ਪੇਸ਼ ਕਰ ਦਿੰਨੇ ਆ ਬਈ ਇੱਕ ਪਾਸੇ ਤਾਂ ਆਪਾਂ ਬਚਨ ਪੜ੍ਹਦੇ ਆ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਮਿਣਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੇ ਅੰਗ ਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੁਕੰਤ ਨਾਰ ਹਮ ਸੋਈ। ਇੱਕ ਪਾਸੇ ਗੁਰਸਿੱਖਾਂ ਦਾ ਜੀਵਨ ਦੱਸਦੇ ਆ ਜਿਹੜਾ ਆਪਾਂ ਹੁਣ ਵਿਚਾਰਨਾ ਵੀ ਆ, ਤੇ ਇੱਕ ਪਾਸੇ ਇਦਾਂ ਦੇ ਸਿੱਖ ਵੀ ਜਿਹੜੇ ਇਸ ਤਰੀਕੇ ਦੀ ਅਰਦਾਸ ਕਰਦੇ ਸਤਿਗੁਰੂ ਜੇ ਗ੍ਰਿਫਤਾਰ ਹੋਣਾ ਤੇ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਓ। ਤੇ ਭੱਟਵਈਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭੱਟਵਈ ਮੁਲਤਾਨੀ ਸਿੰਧੀ ਦੇ ਵਿੱਚ ਗੁਰੂ ਤੇਗ ਬਹਾਦਰ महल नौमा को नूर मोहम्मद खान मिर्जा, गुरु तेग बहादुर महल नौमा को नूर मोहम्मद खान मिर्जा चौंकी रोपड़ वाले ने साल 1732 सावन प्रविष्टे 12 के देहों, सावल प्रविष्टे 12 के देहों, ग्राम मलकपुर रंगड़ा परगना कनौला में पकड़ के सरहंद में पहुंचाया। ਭੱਟਵਈਆਂ ਦੇ ਮੁਤਾਬਕ ਗ੍ਰਿਫਤਾਰੀ ਜਿਹੜੀ ਇਹ ਇੱਥੋਂ ਹੀ ਹੋ ਗਈ ਸੀ ਤੇ ਸਤਿਗੁਰੂ ਅੱਗੋਂ ਫਿਰ ਇਸ ਤਰੀਕੇ ਦੇ ਨਾਲ ਗਏ ਆ। ਸੋ ਗੁਰਮਤ ਦਾ ਸਿਧਾਂਤ ਵੀ ਅਸੀਂ ਕਲੀਅਰ ਰੱਖਣਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਇਹ ਨਹੀਂ ਵੀ ਸਿੱਖਾਂ ਦਾ ਜੀਵਨ ਇਦਾਂ ਦਾ ਆ ਜਾਵੇ ਵੀ ਸਿੱਖ ਵੀ ਹੁਣੇ ਅਰਦਾਸ ਕਰਨ ਲੱਗ ਪੈਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੇ ਗ੍ਰਿਫਤਾਰੀ ਦੇਣੀ ਆ ਤੇ ਉਹ ਗ੍ਰਿਫਤਾਰੀ ਕੇਵਲ ਤੇ ਕੇਵਲ ਸਾਡੇ ਰਾਹੀਂ ਹੀ ਹੋਵੇ। ਖੈਰ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਸਿੱਖਾਂ ਨੂੰ ਗ੍ਰਿਫਤਾਰ ਕਰਕੇ ਚਾਂਦਨੀ ਚੌਕ ਦੇ ਵਿੱਚ ਦਿੱਲੀ ਦੇ ਵਿੱਚ ਤਸੀਹੇ ਦਿੱਤੇ ਜਾਂਦੇ। ਕਾਜ਼ੀ ਅਬਦੁਲ ਵਹਾਬ ਹੋਰ ਹੈ ਤੇ ਜਲਾਲੁਦੀਨ ਜਿਹੜਾ ਏ ਉਹ ਜਲਾ ਦੇ। ਸਾਧ ਸੰਗਤ ਸ਼ਹਾਦਤ ਤੋਂ ਪਹਿਲਾਂ ਜਿਹੜਾ ਇੱਕ ਹੋਰ ਤਸੀਹਾ ਏ ਉਹ ਇਹ ਭੁੱਖੇ ਰਹਿਣਾ। ਭੁੱਖੇ ਰਹਿਣਾ ਵੀ ਇੱਕ ਬੜਾ ਵੱਡਾ ਤਸੀਹਾ ਹੈ। ਮੈਂ ਤੁਲਨਾ ਨਹੀਂ ਕਰਨ ਲੱਗਾ, ਗੁਰਬਾਣੀ ਦੇ ਵਿੱਚ ਦੋ ਉਦਾਹਰਨ ਹੈ ਵੀ ਭੁੱਖੇ ਰਹਿ ਕੇ
ਜਦੋਂ ਭੁੱਖ ਦੇ ਅੱਗੇ ਨਿਢਾਲ ਹੋ ਜਾਂਦਾ ਤੇ ਬੰਦੇ ਨੂੰ ਗੁਲਾਮ ਬਣਾ ਕੇ ਜੋ ਮਰਜ਼ੀ ਕਰ ਲਿਆ ਜਾਵੇ। ਹਾਂ, ਸਿੱਖਾਂ ਦੇ ਅੱਗੇ ਭਾਈ ਮਤੀ ਦਾਸ, ਸਤੀ ਦਾਸ ਦਿਆਲਾ ਜੀ ਅੱਗੇ ਵੀ ਬੜੀ ਵੱਡੀ ਆਫਰ ਆਈ। ਭਾਈ ਮਤੀ ਦਾਸ ਜੀ ਅੱਗੇ ਤਾਂ 1 ਕਰੋੜ ਦੀ ਆਫਰ ਵੀ ਆਈ, ਕੁਝ ਕਿਤਾਬਾਂ 'ਚ ਲਿਖਿਆ, ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਨੇ ਵੀ ਲਿਖਿਆ। ਤੇ ਉਸ ਤੋਂ ਪਹਿਲਾਂ ਜਿਹੜਾ ਭੁੱਖੇ ਰਹਿਣਾ, ਇਹ ਬੜਾ ਵੱਡਾ ਤਸੀਹਾ ਹੈ। ਗੁਰਬਾਣੀ ਦੀਆਂ 2 ਉਦਾਹਰਨਾਂ ਦਿਆਂਗਾ। ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਕਹਿੰਦੇ ਨੇ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਲ ਸੁਆਏ ਗੱਜ ਬਸ ਭਰੇ ਮਨ ਬੌਰਾ ਰੇ। ਉਹ ਅੰਕਸ ਸਹਿਓ ਸੀਸ। ਕਾਗਜ਼ ਦੀ ਹਥਨੀ ਬਣਾ ਲਈ ਜਾਂਦੀ ਹੈ, ਇੱਕ ਟੋਇਆ ਪੁੱਟਿਆ ਜਾਂਦਾ, ਉਹਦੇ ਉੱਪਰ ਕੱਖ ਰੱਖ ਕੇ ਕਾਗਜ਼ ਦੀ ਹਥਨੀ ਰੱਖ ਦਿੱਤੀ ਜਾਂਦੀ। ਕੰਮ ਵਸ ਹੋਇਆ ਹਾਥੀ ਜਦੋਂ ਆਉਂਦਾ ਹੈ, ਉਹ ਟੋਏ ਦੇ ਵਿੱਚ ਡਿੱਗ ਜਾਂਦਾ ਹੈ। ਟੋਏ ਦੇ ਵਿੱਚ ਡਿੱਗੇ ਹੋਏ ਨੂੰ ਬਾਅਦ ਦੇ ਵਿੱਚ ਭੁੱਖਾ ਰੱਖਿਆ ਜਾਂਦਾ ਹੈ। ਭੁੱਖ ਦੇ ਅੱਗੇ ਨਿਡਾਲ ਹੋ ਜਾਂਦਾ ਹੈ, ਚੀਕ ਮਾਰਦਾ ਹੈ। ਮੁਹਾਵਤ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਇਹ ਕੁਛ ਨਹੀਂ ਕਰ ਸਕਦਾ। ਐਡੇ ਵੱਡੇ ਸਰੀਰ ਦਾ ਮਾਲਕ ਹਾਥੀ ਬੰਦੇ ਦੇ ਵੱਸ ਵਿੱਚ ਆਇਆ, ਮੁਹਾਵਤ ਉਹਦੇ ਸਰੀਰ ਦੇ ਉੱਪਰ ਬੈਠ ਕੇ ਕੁੰਡਾ ਮਾਰਦਾ, ਜਿੱਧਰ ਮਰਜ਼ੀ ਲਈ ਫਿਰਦਾ। ਉਹ ਹਾਥੀ ਜਿਹੜਾ ਨਿਡਾਲ ਹੋ ਗਿਆ ਭੁੱਖ ਦੇ ਅੱਗੇ। ਦੂਸਰੇ ਨੰਬਰ ਤੇ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਬਾਂਦਰ ਜਿਹੜਾ ਹੈ ਉਹਦਾ ਵੀ ਆਪ ਜਾਣਦੇ ਹੋ, ਕੁੱਜੇ ਦੇ ਵਿੱਚ ਛੋਲੇ ਪਾਏ ਜਾਂਦੇ ਨੇ। ਹੱਥ ਖਾਲੀ ਹੁੰਦਾ, ਛੋਲੇ ਫੜ ਲੈਂਦਾ ਹੈ। ਜਦੋਂ ਹੱਥ ਭਰ ਜਾਂਦਾ ਹੈ, ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ। ਉਹੀ ਬਾਂਦਰ ਜਿਹਨੂੰ ਕਾਬੂ ਕਰਨਾ ਔਖਾ ਹੈ, ਮਦਾਰੀ ਦੇ ਵੱਸ 'ਚ ਆ ਜਾਂਦਾ, ਘਰ ਘਰ 'ਚ ਜਾ ਕੇ ਤਮਾਸ਼ਾ ਕਰਦਾ। ਇਤਿਹਾਸ ਨੂੰ ਪੜ੍ਹ ਕੇ ਦੇਖੋ, ਜਿਹੜੇ ਭੁੱਖ ਦੇ ਅੱਗੇ ਨਿਢਾਲ ਹੋ ਗਏ ਨਾ, ਤੇ ਵੈਸੇ ਗੁਰਬਾਣੀ 'ਚ ਵੀ ਆਉਂਦਾ ਹੈ, ਉਹਨਾਂ ਨੇ ਆਪਣਾ ਧਰਮ ਵੀ ਛੱਡਤਾ, ਉਹਨਾਂ ਨੇ ਆਪਣੀ ਬੋਲੀ ਵੀ ਛੱਡਤੀ, ਆਪਣੀ ਭਾਸ਼ਾ ਵੀ ਛੱਡਤੀ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਮਰ ਤੁਮਾਰੀ। ਪਰ ਗੁਰਬਾਣੀ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ, ਕਿਉਂਕਿ ਮੈਂ ਸਿੱਖਾਂ ਦਾ ਜ਼ਿਕਰ ਕਰਨ ਲੱਗਾ ਗੁਰੂ ਦੀ ਸ਼ਹਾਦਤ ਤੋਂ ਪਹਿਲਾਂ, ਵੀ ਸੇਵਕ ਕੌਣ ਹੈ। ਤੇ ਮਾਰੂ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪਰਿਭਾਸ਼ਾ ਦੱਸੀ ਪੂਰੇ ਸ਼ਬਦ ਦੀ, ਤੇ ਉਹ ਸ਼ਬਦ ਦੀਆਂ 2 ਲਾਈਨਾਂ ਨੇ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋੜਿਓ। ਸ਼ੁਰੂ ਹੁੰਦਾ ਹੈ, ਮਾਨ ਮੋਹ ਅਰ ਲੋਭ ਵਿਕਾਰਾ, ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਨਾ ਹਰ ਬਣਜੇ, ਲਾਦ ਵਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ ਰਹਾਓ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋੜਿਓ। ਇਹ ਆ ਗੁਰਸਿੱਖਾਂ ਦਾ ਜੀਵਨ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ। ਵੈਸੇ ਸਿੱਖ ਹੋਰ ਵੀ ਗਏ ਸੀ। ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਭਾਈ ਗੁਰਦਿੱਤਾ ਜੀ ਦਾ ਜ਼ਿਕਰ ਵੀ ਆਉਂਦਾ ਹੈ। ਬਾਬਾ ਗੁਰਦਿੱਤਾ ਜੀ ਨਹੀਂ, ਭਾਈ ਗੁਰਦਿੱਤਾ ਜੀ ਦਾ ਜ਼ਿਕਰ ਆਉਂਦਾ, ਭਾਈ ਨਨੂਏ ਦਾ ਜ਼ਿਕਰ ਆਉਂਦਾ, ਭਾਈ ਉਧਾ ਜੀ ਦਾ ਜ਼ਿਕਰ ਆਉਂਦਾ, ਭਾਈ ਜੈਤਾ ਜੀ ਦਾ ਜ਼ਿਕਰ ਆਉਂਦਾ ਹੈ। ਇਹ ਸਾਰੇ ਇਹਨਾਂ ਦਾ, ਜਾਂ ਇਹ ਕਹਿ ਲਓ ਗੁਰੂ ਪਾਤਸ਼ਾਹ ਦੂਰ ਅੰਦੇਸ਼ੀ ਸੀ, ਪਤਾ ਸੀ ਇਹ ਸਾਕਾ ਵਾਪਰਨਾ ਹੈ, ਤੇ ਵੀ ਉਸ ਤੋਂ ਬਾਅਦ ਡਿਊਟੀਆਂ ਜਾਂ ਕਹਿ ਦਿਓ ਲਗਾ ਦੀਆਂ, ਵੀ ਕਿਹੜਾ ਕਿਹੜਾ ਕੰਮ ਹੋਣਾ ਹੈ। ਇਹ ਗੁਰਸਿੱਖਾਂ ਦੀ ਡਿਊਟੀ। ਨਾਲ ਇਹ ਵੀ ਗਏ ਦਿਲਵਾਲੀ ਗਲੀ ਦੇ ਵਿੱਚ, ਇਹਨਾਂ ਦੀਆਂ ਉੱਥੇ ਮੀਟਿੰਗਾਂ ਵੀ ਭਾਈ ਨਨੂਆ ਜੀ ਦੇ ਘਰ ਦੇ ਵਿੱਚ ਹੁੰਦੀਆਂ ਰਹੀਆਂ। ਖੈਰ, ਸੱਚੇ ਪਾਤਸ਼ਾਹ ਕਹਿੰਦੇ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋੜਿਓ। ਵਾਹਿਗੁਰੂ ਦਾ ਹੁਕਮ, ਉਹਦੇ ਤੋਂ ਮੁਖ ਸਿੱਖ ਨਹੀਂ ਮੋੜਦਾ, ਜਿੱਦਾਂ ਦਾ ਹੁਕਮ ਹੋਇਆ। ਇੱਕ ਸ਼ਬਦ ਹੋਰ ਆਉਂਦਾ ਜੀ ਗੁਰਬਾਣੀ ਦੇ ਵਿੱਚ, 2 ਰੰਗਾਂ ਦਾ ਜ਼ਿਕਰ ਕੀਤਾ, ਇੱਕ ਕੁਸੁੰਬੇ ਦਾ ਰੰਗ ਤੇ ਇੱਕ ਮਜੀਠ ਦਾ ਰੰਗ। ਤੇ ਸਤਿਗੁਰ ਕਹਿੰਦੇ, ਮਨਮੁਖ ਰੰਗ ਕਸੁੰਭ ਹੈ ਕਚੂਆ, ਜਿਉ ਕੁਸਮ 4 ਦਿਨ ਚਾਗਾ, ਖਿਨ ਮੈਂ ਬਿਨ ਸਜਾਏ ਪ੍ਰਤਾਪੇ, ਡੰਡ ਧਰਮ ਰਾਏ ਕਾ ਲਾਗਾ। ਉਹ ਡੋਲ ਜਾਂਦੇ ਆ ਇਹੋ ਜੀ ਪ੍ਰੀਖਿਆ ਦੇ ਵਿੱਚ, ਇਹੋ ਜਿਹੀ ਇਮਤਿਹਾਨ ਦੀ ਘੜੀ ਦੇ ਵਿੱਚ ਆ ਕੇ ਡੋਲ ਜਾਂਦੇ ਆ। ਪਰ ਜਿਹੜੇ ਵਾਕਈ ਜਿਨ੍ਹਾਂ ਨੇ ਬਾਣੀ ਪੜ੍ਹੀ ਅਤੇ ਬਾਣੀ ਦੇ ਮੁਤਾਬਕ ਜੀਵਨ ਹੈ ਉਹਨਾਂ ਦਾ, ਸਤਿਗੁਰ ਕਹਿੰਦੇ ਉਹ ਮਜੀਠ ਦਾ ਰੰਗ, ਸਤ ਸੰਗਤ ਪ੍ਰੀਤ ਸਾਧ ਅਤ ਗੂੜੀ, ਜਿਉ ਰੰਗ ਮਜੀਠ ਬਹੁ ਲਾਗਾ, ਕਾਇਆ ਕਾਪਰ ਚੀਰ ਬਹੁ ਫਾਰੈ, ਹਰ ਰੰਗ ਨਾ ਲਹੈ ਸੁਭਾਗਾ। ਉਹ ਰੰਗ ਨਹੀਂ ਉਤਰਦਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਰੰਗ ਉਤਾਰਨ ਦੀ ਬੜੀ ਕੋਸ਼ਿਸ਼ ਕੀਤੀ ਗਈ। ਉਹ ਭਾਵੇਂ ਸ਼ੌਹਰਤ ਦੇ ਨਾਲ, ਭਾਵੇਂ ਨਵਾਬੀਆਂ ਨਾਲ, ਭਾਵੇਂ ਪੈਸੇ ਨਾਲ, ਭਾਵੇਂ ਡਰਾਵੇ ਨਾਲ, ਭਾਵੇਂ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ। ਕਿਉਂ? ਗੁਰੂ ਸਾਹਿਬਾਨ ਤੋਂ ਪਹਿਲਾਂ ਸਿੱਖਾਂ ਦੀ ਸ਼ਹਾਦਤ ਦਾ ਅਰਥ ਹੀ ਇਹ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਪਾਤਸ਼ਾਹ ਡੋਲ ਜਾਣ, ਦੇਖ ਕੇ ਸਿੱਖਾਂ ਨੂੰ। ਪਰ ਸਿੱਖਾਂ ਨੇ ਵੀ, ਸਾਧ ਸੰਗਤ ਇਤਿਹਾਸ ਸਾਡੇ ਸਾਹਮਣੇ ਆ, ਭਾਈ ਮਤੀ ਦਾਸ ਦੇ ਸਿਰ ਉੱਤੇ ਆ ਰਿਹਾ ਹੈ, ਤੇ ਭਾਈ ਮਤੀ ਦਾਸ ਤੇ ਆਖਰੀ ਇੱਛਾ ਪੁੱਛੀ ਜਾਂਦੀ, ਤੇ ਭਾਈ ਮਤੀ ਦਾਸ ਜੀ ਕਹਿੰਦੇ ਆ ਵੀ ਆਖਰੀ ਇੱਛਾ ਕੇਵਲ ਤੇ ਕੇਵਲ ਮੂੰਹ ਗੁਰੂ ਵੱਲ।
करवत भला ना करवट तेरी, लाग गले सुन बिनती मेरी, हौ वारी मुख फेर प्यारे, करवट दे मोको काहे कुमारे। ते ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਉੱਬਲ ਦੀ ਦੇਗ ਚੋਂ ਬਾਲਿਆ ਗਿਆ। ਸਤੀ ਦਾਸ ਦੇ ਸਰੀਰ ਉੱਤੇ ਰੂੰ ਲਪੇਟ ਦਿੱਤਾ ਗਿਆ ਤੇ ਪਾਣੀ, ਉਹ ਨਦੀ ਚਾਂਦਨੀ ਚੌਕ, ਉੱਥੋਂ ਨਦੀ ਵਗਦੀ ਸੀ ਤੇ ਨਦੀ ਦੇ ਕੋਲ ਲੈ ਕੇ ਗਏ ਜਿੱਥੇ ਪਾਣੀ ਸੀ, ਤੇ ਪਾਣੀ ਦੇ ਬਿਲਕੁਲ ਕਿਨਾਰੇ ਤੇ ਖਿਲਾਰ ਕੇ ਸਾਰੇ ਸਰੀਰ ਨੂੰ ਰੂੰ ਚ ਲਪੇਟ ਕੇ ਅੱਗ ਲਾਏਗੀ ਵੀ ਕੋਸ਼ਿਸ਼ ਕਰੇਗਾ ਪੈਰ ਜਿਹੜੇ ਪਾਣੀ ਦੇ ਵਿੱਚ ਪਾਏ ਜਾਣ। ਪਰ ਧੰਨ ਨੇ ਗੁਰੂ ਦਾ ਸਿੱਖ, ਉਹਦੇ ਸਿਦਕ ਦੇ ਅੱਗੇ, ਉਹਦੇ ਸਿਰੜ ਦੇ ਅੱਗੇ ਸਿਰ ਝੁਕਦਾ ਹੈ ਵੀ ਗੁਰੂ ਦੇ ਸਿਧਾਂਤ ਦੇ ਅੱਗੇ ਪਹਿਰਾ ਦਿੱਤਾ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲਹਿਓ ਵਡਿਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਗੁਰਸਿੱਖਾਂ ਦੀ ਸ਼ਹਾਦਤ ਹੁੰਦੀ ਏ ਤੇ ਅਗਲੇ ਦਿਨ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹਾਦਤ ਕਰਨਾ ਹੈ, ਸ਼ਹੀਦ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ, ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਕੁਝ ਕੁ ਸਤਰਾਂ ਨੇ ਮੈਂ ਆਪ ਜੀ ਨਾਲ ਸਾਂਝੀਆਂ ਕਰਦਿਆਂ, ਕਿਉਂਕਿ ਆਪਾਂ ਸ਼ਹੀਦੀ ਦਿਹਾੜੇ ਤੇ ਹੀ ਸਤਿਗੁਰੂ ਦੇ ਤੁਰੇ ਹੋਏ ਆ। ਤੇ ਉਹ ਕਵੀ ਕਹਿੰਦਾ ਹੈ ਬਈ ਜਲਾਲੂਦੀਨ ਜਲਾਦ ਨਾਲੇ ਤਾਂ ਤਿੱਖੀ ਕਰ ਰਿਹਾ ਤੇਗ, ਨਾਲੇ ਗੁਰੂ ਪਾਤਸ਼ਾਹ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਉਹਨੇ ਇੱਕ ਵਾਰਤਾਲਾਪ, ਕਵੀ ਨੇ ਆਪਣੇ ਜਿਹੜੇ ਉਹਦੇ ਭਾਵ ਹੈ, ਉਹ ਕਹਿੰਦਾ ਹੈ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੇਰੇ ਬਾਪੂ ਦੀ ਤੇਗ ਬਹਾਦਰੀ ਤੇ ਰਿਹਾ ਪਿਤਾ, ਰਿਹਾ ਪਰਖਦਾ ਤੇਰਾ ਪਿਓ ਤੇਗਾ। ਮੇਰਾ ਆਉਣ ਵਾਲੇ ਭਵਿੱਖ ਦੇ ਵਿੱਚ ਦੇਖੀ, ਮੇਰੇ ਪੁੱਤ ਨੇ ਵਾਉਣੀਆਂ ਉਹ ਤੇਗਾਂ, ਉਹਨਾਂ ਤੇਗਾਂ ਦੇ ਵਿੱਚੋਂ ਇੱਕ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋਹ ਤੇਗਾਂ। ਖੈਰ ਗੁਰੂ ਪਾਤਸ਼ਾਹ ਨੂੰ ਵੀ ਡਰਾਵੇ ਦਿੱਤੇ ਗਏ। ਇਹ ਕਿਹਾ ਗਿਆ ਵੀ ਕਰਾਮਾਤ ਦਿਖਾਓ। ਸਤਿਗੁਰੂ ਕਹਿੰਦੇ ਕਰਾਮਾਤ ਦਾ ਕੋਈ ਅਰਥ ਹੀ ਨਹੀਂ ਹੈਗਾ, ਤੇ ਨਹੀਂ ਕਰਾਮਾਤ ਦਿਖਾਉਣੀ ਤੇ ਫਿਰ ਕਹਿੰਦੇ ਵੀ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਸਤਿਗੁਰੂ ਕਹਿੰਦੇ ਉਹ ਤਿਆਰ ਆ। ਖੈਰ ਅਖੀਰ ਦੇ ਵਿੱਚ ਉਹ ਵਾਰ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋ ਜਾਂਦੀ ਹੈ, ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ। ਸਾਧ ਸੰਗਤ, ਸ਼ਹੀਦੀ ਤੋਂ ਬਾਅਦ ਕੁਝ ਕੁ ਘਟਨਾਵਾਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਬਈ ਆਮ ਤੌਰ ਤੇ ਨਾ ਇੱਕ ਗੱਲ ਪ੍ਰਚਾਰ ਦਿੱਤੀ ਜਾਂਦੀ ਆ ਕਿ ਗੁਰਸਿੱਖਾਂ ਨੇ ਜਦੋਂ ਭਾਈ ਜੈਤਾ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਆਉਂਦੇ ਆ, ਤੇ ਇਹ ਕਿਹਾ ਗਿਆ ਕਿ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਵੀ ਦਿੱਲੀ ਦੇ ਵਿੱਚ ਕੋਈ ਸਿੱਖ ਉੱਠਿਆ ਹੀ ਨਹੀਂ। ਤੇ ਸਤਿਗੁਰੂ ਜੋਸ਼ ਦੇ ਵਿੱਚ ਆਏ ਤੇ ਆ ਕੇ ਕਹਿਣ ਲੱਗੇ ਕਿ ਮੈਂ ਹੁਣ ਇਦਾਂ ਦਾ ਪੰਥ ਤਿਆਰ ਕਰਾਂਗਾ ਜਿੰਦੇ ਤੋਂ ਦੇਖ ਕੇ ਦੁਸ਼ਮਣ ਵੀ ਭੈਭੀਤ ਹੋਣਗੇ। ਕੁਛ ਇਦਾਂ ਦੀ ਘਟਨਾ ਜਿਹੜੀ ਹੈ ਉਹ ਘੜ ਦਿੱਤੀ ਜਾਂਦੀ ਆ। ਮੈਂ ਬੇਨਤੀ ਕਰਾਂਗਾ ਸਾਧ ਸੰਗਤ, ਕੁਛ ਘਟਨਾਵਾਂ ਦਾ ਜ਼ਿਕਰ, ਘਟਨਾਵਾਂ ਤਾਂ ਕਈ ਹੋਣੀਆਂ, ਮੈਂ 3-4 ਘਟਨਾਵਾਂ ਦਾ ਜ਼ਿਕਰ ਕਰਾਂਗਾ। ਬਾਕੀ ਜਿਹੜੀਆਂ ਸ਼ਹੀਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿੰਨਾ ਪ੍ਰਭਾਵ ਹੀ ਲੱਗ ਸਿੱਖਾਂ ਨੇ ਦਿੱਤਾ। ਪਹਿਲਾਂ ਤੇ 2 ਘਟਨਾਵਾਂ ਦਾ ਜਿਨ੍ਹਾਂ ਦਾ ਸਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੈ ਕਿ ਉਸ ਸਮੇਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ। ਇਹ ਬੜੀ ਵੱਡੀ ਬਹਾਦਰੀ ਆ, ਜਿੱਥੇ ਇੰਨੀ ਚੌਕਸੀ ਸੀ, ਕਿਸ ਤਰੀਕੇ ਨਾਲ ਸਿੱਖਾਂ ਨੇ ਜੁਰਤ ਕੀਤੀ, ਇਹ ਬਹਾਦਰੀ ਕੀਤੀ, ਤੇ ਬਹਾਦਰੀ ਕਰਕੇ ਆਨੰਦਪੁਰ ਸਾਹਿਬ ਤੱਕ ਪਹੁੰਚਣਾ, ਇਹ ਆਪਣੇ ਆਪ ਚ ਬੜੀ ਵੱਡੀ ਬਹਾਦਰੀ ਹੈ। ਸਾਧ ਸੰਗਤ, ਇੱਕ ਮੈਂ ਹੋਰ ਜ਼ਿਕਰ ਕਰਦਿਆਂ ਭਾਈ ਜੈਤਾ ਜੀ ਬਾਰੇ, ਵੀ ਭਾਈ ਜੈਤਾ ਜਿੱਥੇ ਸੀਸ ਲੈ ਕੇ ਪਹੁੰਚੇ, ਇਤਿਹਾਸ 'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਝੱਖੀਆਂ ਪਿੰਡ ਦੀ ਜੂਹ ਦੇ ਵਿੱਚ ਇਹ ਸਿੰਘ ਲੜਦਾ ਹੋਇਆ ਪਤਾ ਨਹੀਂ ਕਿੰਨੀਆਂ ਘੜੀਆਂ ਇਹਨੇ ਦੋਨਾਂ ਹੱਥਾਂ 'ਚ ਤਲਵਾਰਾਂ ਫੜ ਕੇ ਲੜਦਾ ਰਿਹਾ, ਤੇ ਜਦੋਂ ਨਹੀਂ ਪੇਸ਼ ਗਈ ਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ। ਐਡਾ ਵੱਡਾ ਯੋਧਾ ਸੀ। ਤੇ ਦੂਜੀ ਸੂਰਬੀਰਤਾ ਇਹ ਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਲੈ ਕੇ ਆਉਣਾ ਆਨੰਦਪੁਰ ਸਾਹਿਬ, ਤੇ ਭਟਵਈਆਂ ਦੇ ਵਿੱਚ ਜ਼ਿਕਰ ਆਉਂਦਾ ਇਸ ਚੀਜ਼ ਦਾ। ਜੈਤਾ बेटा आज्ञा राम का, नानू बेटा बाघे का, अड्डा बेटा खेमे का, पोता परमे दा, गुरु दा सीस पाए। जदों चांदनी चौक तो आए, जैता बेटा आज्ञा राम का, नानू बेटा बाघे का, अड्डा बेटा खेमे का, ते पोता परमे दा, गुरु का सीस पाए। कीरतपुर परगना कहलूर आए, सम्मत
1732 पाए 1732 मगहर सुदी 10वीं दिन 11 को दाग दिया माखोवाल में। ये अपने आप च बड़ी वड्डी बहादरी सी भी सतगुरु दा सीस लैके आना। दूसरे नंबर ते सत संगत गुरु पातशाह दे पावन धड़ दा संस्कार। ਉਹ ਭਾਈ ਲਖੀ ਸ਼ਾਹ ਵਣਜਾਰਾ ਇਤਿਹਾਸ ਤੁਹਾਨੂੰ ਪਤਾ ਹੈ। ਮੈਂ ਭੱਟ ਵਹੀਆਂ ਦੇ ਵਿੱਚੋਂ ਹੀ ਜ਼ਿਕਰ ਕਰਾਂਗਾ। ਭੱਟ ਵਹੀ ਜਾਦੋ ਬੰਸੀ ਦੇ ਵਿੱਚ ਜ਼ਿਕਰ ਆਉਂਦਾ। ਭੱਟ ਵਹੀਆਂ ਦੇ ਵਿੱਚ ਬੜਾ ਇਤਿਹਾਸ ਸਾਡਾ ਹੈ ਜਿਹੜਾ ਖੋਜ ਕਰਨ ਦੇ ਲਾਇਕ ਆ। ਉਹਦੇ ਵਿੱਚ ਜ਼ਿਕਰ ਆਉਂਦਾ ਵੀ ਕਿਸ ਤਰੀਕੇ ਨਾਲ ਬਹਾਦਰੀ ਦਿਖਾ ਕੇ ਭਾਈ ਲਖੀ ਸ਼ਾਹ ਵਣਜਾਰੇ ਨੇ ਗੁਰੂ ਪਾਤਸ਼ਾਹ ਦੇ ਧੜ ਨੂੰ ਚੁੱਕ ਕੇ ਆਪਣੇ ਘਰ ਦੇ ਵਿੱਚ ਹੀ ਇਹ ਕਹਿ ਲਓ ਵੀ ਲਿਜਾ ਕੇ ਆਪਣੇ ਪੂਰੇ ਮਹਿਲ ਨੂੰ ਹੀ ਅੱਗ ਲਾ ਦਿੱਤੀ ਭਾਈ ਲਖੀ ਸ਼ਾਹ ਵਣਜਾਰੇ ਨੇ। ਉਹ ਜ਼ਿਕਰ ਕਰਦੇ ਲਖੀਆ बेटा गोदू का नगाइया हेड़ा हाड़ी बेटे लखी के ये उनके पुत्र ने नगाइया हेमा ते हाड़ी। नायक धुम्मा बेटा कान्हे का बिजलंत गुरु तेग बहादुर महल नामे की लोथ दे धड़ उठाए लाए साल 1732 मगर सुधी 36 शुक्रवार को दाग दिया आद घड़ी वत गई। ये दो घटनावां तां भाई लखी शाह वणजारा ਤੇ ਆਪਣਾ ਭਾਈ ਜੈਤਾ ਜੀ ਦੀਆਂ। ਇਸ ਤੋਂ ਬਾਅਦ ਤਿੰਨ ਘਟਨਾਵਾਂ ਦਾ ਜ਼ਿਕਰ ਹੋਰ ਆਉਂਦਾ ਹੈ ਜਿਹੜੀਆਂ ਗੁਰਸਿੱਖਾਂ ਨੇ ਕਰਕੇ ਵਿਖਾਈਆਂ। ਜਿਹੜੇ ਕਹਿੰਦੇ ਸੀ ਨਾ ਵੀ ਕੋਈ ਸਿੱਖ ਉੱਠਿਆ ਹੀ ਨਹੀਂ, ਜੁਰਤ ਹੀ ਖਤਮ ਹੋ ਗਈ ਸੀ, ਜਿਸ ਸਨਾਟਾ ਹੀ ਛਾ ਗਿਆ। ਤਿੰਨ ਘਟਨਾਵਾਂ ਦਾ ਜ਼ਿਕਰ ਆਉਂਦਾ ਵੀ ਜਿਹੜੀਆਂ ਔਰੰਗਜ਼ੇਬ ਨੂੰ ਸਿੱਖਾਂ ਨੇ ਇਕੱਲਾ ਸਿੱਖ ਹੁੰਦਾ ਸੀ ਤੇ ਉਹਨਾਂ ਨੇ ਕਿਸ ਤਰੀਕੇ ਨਾਲ ਕਿਵੇਂ ਨਾ ਕਿਵੇਂ ਜੋ ਵੀ ਹੱਥ ਦੇ ਵਿੱਚ ਆਇਆ ਉਹਨਾਂ ਨੇ ਜੁਰਤ ਕੀਤੀ। ਉਹ ਜੁਰਤ ਕਰਕੇ ਉਹਨਾਂ ਨੇ ਬਦਲਾ ਲਿਆ। 3.5 ਮਹੀਨਿਆਂ ਮਗਰੋਂ ਇੱਕ ਸਾਧ ਸੰਗਤ ਘਟਨਾ ਦਾ ਜ਼ਿਕਰ ਆਉਂਦਾ ਹੈ 10 ਜੁਲਾਈ 1676 ਨੂੰ। ਇਹ ਚਾਂਦਨੀ ਚੌਕ ਦੇ ਵਿੱਚ ਘਟਨਾ ਵਾਪਰਦੀ ਆ ਤੇ ਜਦੋਂ ਉਹਦੀ ਸਵਾਰੀ ਆ ਰਹੀ ਹੈ ਔਰੰਗਜ਼ੇਬ ਦੀ, ਇੱਕ ਸਿੱਖ ਨੇ ਲਾਠੀ ਨਾਲ ਹਮਲਾ ਕੀਤਾ। ਇਹਦਾ ਜ਼ਿਕਰ ਪ੍ਰਿੰਸੀਪਲ ਸਤਵੀਰ ਸਿੰਘ ਨੇ ਵੀ ਕੀਤਾ ਹੈ ਤੇ ਸਿੱਖ ਮਿਸ਼ਨਰੀ ਕਾਲਜ ਦੀ ਕਿਤਾਬ ਦੇ ਵਿੱਚ ਵੀ ਜ਼ਿਕਰ ਆ। ਪ੍ਰਿੰਸੀਪਲ ਸਤਵੀਰ ਸਿੰਘ ਨੇ 31 ਜਨਵਰੀ ਦੇ ਵਿੱਚ ਇਹਦਾ ਜ਼ਿਕਰ ਕੀਤਾ ਇਸ ਘਟਨਾ ਦਾ, ਇਹਨਾਂ ਘਟਨਾਵਾਂ ਦਾ। ਲਾਠੀ ਨਾਲ ਹਮਲਾ ਕੀਤਾ, ਉਹ ਬਚ ਗਿਆ ਤੇ ਉਹਨੂੰ ਫੜ ਕੇ ਸਿੱਖ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ 2 ਨਵੰਬਰ ਸਨ 1676 ਨੂੰ ਘਟਨਾ ਦਾ ਜ਼ਿਕਰ ਆਉਂਦਾ ਹੈ। ਜਾਮਾ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਜਦੋਂ ਔਰੰਗਜ਼ੇਬ ਜਾ ਰਿਹਾ ਸੀ, ਸਵਾਰ ਹੋ ਰਿਹਾ ਸੀ ਤੇ ਸਿੱਖ ਨੇ ਇੱਟਾਂ ਦੇ ਨਾਲ ਹਮਲਾ ਕੀਤਾ। 2 ਇੱਟਾਂ ਸੱਟੀਆਂ। ਇੱਕ ਉਹਦੇ ਇੱਟ ਜਿਹੜੀ ਆ ਉਹ ਜਿਹੜਾ ਪਿੱਛੇ ਆਉਂਦਾ ਸੇਵਾਦਾਰ ਸੀ ਕਹਿ ਲਓ ਉਹਦੇ ਵੱਜੀ। ਉਸ ਸਮੇਂ ਵੀ ਬਚ ਗਿਆ। ਉਹ ਸਿੱਖ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਗਿਆ। 19 ਨਵੰਬਰ ਸਨ 1677 ਨੂੰ ਤੀਜਾ ਜਿਹੜਾ ਹੈ ਉਹ ਫੇਰ ਹਮਲਾ ਕੀਤਾ ਜਾਂਦਾ ਔਰੰਗਜ਼ੇਬ ਦੇ ਉੱਤੇ ਨੰਗੀ ਤਲਵਾਰ ਨਾਲ ਤੇ ਉਹ ਜਿਹੜਾ ਹੈ ਫਿਰ ਬਚਾਅ ਹੋ ਜਾਂਦਾ ਹੁੰਦਾ ਤੇ ਉਸ ਤੋਂ ਬਾਅਦ ਉਸ ਸਿੱਖ ਨੂੰ ਰਣਥੰਭੌਰ ਦੇ ਕਿਲੇ ਦੇ ਵਿੱਚ ਕੈਦ ਕਰਕੇ ਸ਼ਹੀਦ ਕਰ ਦਿੱਤਾ ਗਿਆ। ਇਹ 5 ਘਟਨਾਵਾਂ ਇਹ ਜ਼ਿਕਰ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਨਹੀਂ ਵੀ ਸਿੱਖ ਬੈਠ ਗਏ ਜੀ, ਚੁੱਪ ਕਰ ਗਏ। ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਧ ਸੰਗਤ ਗੁੱਸਾ ਸੀ ਮਨ ਦੇ ਵਿੱਚ ਤੇ ਉਸ ਗੁੱਸੇ ਨੂੰ ਉਹਨਾਂ ਨੇ ਆਪਣੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਨੇ ਕੱਢਿਆ ਵੀ ਆ। ਇੱਕ ਬੇਨਤੀ ਮੈਂ ਕਰਨੀ ਚਾਹੁੰਦਾ, ਆਮ ਤੌਰ ਤੇ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਅਸੀਂ ਇੱਕ ਦਾਇਰੇ ਤੱਕ ਸੀਮਤ ਕਰ ਲਿਆ। ਜਦੋਂ ਅਸੀਂ ਸਟੇਜਾਂ ਦੇ ਉੱਤੇ ਬੋਲਦੇ ਆ ਜਾਂ ਸਾਡੇ ਸਿੰਘ ਬੋਲਦੇ ਆ ਤੇ ਉਹ ਮੈਂ ਸ਼ੁਰੂ 'ਚ ਵੀ ਜਿੱਦਾਂ ਬੇਨਤੀ ਕੀਤੀ ਸੀ, ਸਟੇਜਾਂ ਦੇ ਵਿੱਚ ਜਦੋਂ ਬੋਲਦੇ ਆ ਤੇ ਉਹਨਾਂ ਦੇ ਵਿੱਚ ਅਸੀਂ ਹਿੰਦ ਦੀ ਚਾਦਰ ਕਹਿ ਦਿੰਦੇ ਆ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਸੁਣ ਕੇ ਵੀ ਬੜੀ ਹੈਰਾਨੀ ਹੁੰਦੀ ਆ ਬਈ ਹਿੰਦੁਸਤਾਨ ਤਾਂ ਛੋਟਾ ਹੋ ਜਾ ਰਿਹਾ, ਪਾਕਿਸਤਾਨ ਵਿੱਚੋਂ ਨਿਕਲ ਗਿਆ, ਬੰਗਲਾਦੇਸ਼ ਨਿਕਲ ਗਿਆ, ਆਉਣ ਵਾਲੇ ਸਮੇਂ 'ਚ ਜੇ ਕੁਝ ਹੋਰ ਨਿਕਲ ਗਿਆ ਤੇ ਇਹਦਾ ਮਤਲਬ ਹਿੰਦ ਦੀ ਚਾਦਰ ਤਾਂ ਛੋਟੀ ਹੀ ਰਹਿ ਗਈ। ਅਸੀਂ ਜਿਹੜਾ ਗੁਰੂ ਦੀ ਨਾਲ ਤਖੱਲਸ ਲਾ ਦਿੰਨੇ ਆ, ਉਹ ਪਤਾ ਨਹੀਂ ਅਸੀਂ ਕੀ ਸੋਚ ਕੇ ਲਾ ਦਿੰਨੇ ਆ। ਸਾਡੀ ਪਤਾ ਨਹੀਂ ਕਿਹੜੀ ਸੋਚਣ ਦਾ ਦਾਇਰਾ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਨਾ ਸ਼੍ਰੀ ਗੁਰੂ ਸੋਭਾ ਗ੍ਰੰਥ ਦੇ ਵਿੱਚ ਕਵੀ ਸੈਨਾਪਤੀ ਨੇ ਉਦੋਂ ਹੀ ਲਿਖ ਦਿੱਤਾ ਸੀ, ਪ੍ਰਗਟ ਭਏ ਗੁਰ ਤੇਗ ਬਹਾਦਰ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ। ਤੇ ਅੱਜ ਓਕੇ ਸਮੇਂ ਦੇ ਵਿੱਚ ਅਸੀਂ ਜਦੋਂ ਗੁਰੂ ਨੂੰ ਇੱਕ ਦਾਇਰੇ 'ਚ ਸੀਮਤ ਕਰ ਲੈਂਦੇ, ਗੁਰੂ ਪਾਤਸ਼ਾਹ ਨੇ ਚੇਤਾ ਰੱਖਿਓ ਜ਼ਬਰ ਜ਼ੁਲਮ ਦੇ ਵਿਰੁੱਧ ਗੁਰੂ ਪਾਤਸ਼ਾਹ ਜੀ ਨੇ ਇਹ ਕੁਰਬਾਨੀ ਦਿੱਤੀ ਆ। ਇਹ ਜ਼ਬਰ ਦੀ ਗੱਲ ਹੈ। ਪਹਿਲੇ ਸਮੇਂ ਦੇ ਵਿੱਚ ਪਹਿਲੇ ਜਾਮੇ ਦੇ ਵਿੱਚ ਜ਼ਬਰੀ ਜੰਜੂ ਪਹਿਨਾਇਆ ਜਾ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਜੇ ਦਇਆ ਹੈ ਇਹਦੇ 'ਚ ਸੰਤੋਖ ਹੈ, ਇਹਦੇ 'ਚ ਜਤ ਹੈ, ਇਹਦੇ 'ਚ ਉੱਚਾ ਸੁੱਚਾ ਆਚਰਣ ਹੈ ਤੇ ਪਾ ਦੇ ਮੈਨੂੰ।
दया कपाह संतोख सूत जत गंढी सत वट ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਜੇ ਹੈ ਤੇ ਪਾ ਦੇ। ਤੇ ਉਸ ਤੋਂ ਬਾਅਦ ਹੁਣ ਜ਼ਬਰ ਦੀ ਗੱਲ ਏ, ਇਹਨੂੰ ਜੇ ਆਪਾਂ ਉਲਟੀ ਕਹਿ ਲਈਏ, ਜੇ ਹਿੰਦੂ ਰਾਜਾ ਕੋਈ ਹਮਲਾ ਕਰਦਾ ਤੇ ਇਸਲਾਮ ਸੱਜਣ ਇਹ ਸੱਜਣ ਆ ਜਾਂਦੇ ਤੇ ਗੁਰੂ ਪਾਤਸ਼ਾਹ ਨੇ ਬਾਂਹ ਤਾਂ ਫੜ ਹੀ ਲੈਣੀ ਸੀ, ਗੱਲ ਤਾਂ ਬਾਂਹ ਫੜਨ ਦੀ ਸੀ। ਖੈਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਂਹ ਫੜੀ ਜ਼ਬਰ ਦੇ ਵਿਰੁੱਧ, ਜ਼ੁਲਮ ਦੇ ਵਿਰੁੱਧ, ਤੇ ਉਹ ਤਾਂ ਇਤਿਹਾਸ ਵੀ ਭਰਿਆ ਪਿਆ। ਜਦੋਂ ਵੀ ਕੋਈ ਸ਼ਰਨ ਆਉਂਦਾ ਸੀ, ਮੈਂ ਜੇ ਵਿਸ਼ੇ ਦੇ ਵਿੱਚੋਂ ਨਿਕਲ ਕੇ ਇੱਕ ਇਤਿਹਾਸ ਦਾ ਨੁਕਤਾ ਹੈ ਵੀ ਪੱਟੀ ਦਾ ਫੌਜਦਾਰ ਇੱਕ ਨੌਜਵਾਨ ਬੱਚੀ ਨੂੰ ਚੁੱਕ ਕੇ ਲੈ ਜਾਂਦਾ ਹੈ। ਰਹੀਮ ਬਖਸ਼ ਉਹਦੇ ਪਿਤਾ ਦਾ ਨਾਂ ਹੈ। ਹੁਣ ਉਹ ਵੀ ਮੁਸਲਮਾਨ ਹੈ, ਉਹ ਵੀ ਮੁਸਲਮਾਨ ਹੈ ਤਾਂ ਦੋਨੇ ਮੁਸਲਮਾਨ। ਉਹਨੇ ਸਰਕਾਰੀ ਦਰਬਾਰੇ ਪਹੁੰਚ ਕੀਤੀ, ਕਿਸੇ ਨੇ ਫਰਿਆਦ ਨਹੀਂ ਸੁਣੀ। ਉਹ ਭਾਈ ਤਾਰੂ ਸਿੰਘ ਕੋਲ ਆਉਂਦਾ ਤੇ ਭਾਈ ਤਾਰੂ ਸਿੰਘ ਸਿੰਘਾਂ ਨੂੰ ਜਾ ਕੇ ਤੇ ਉਹ ਬੱਚੀ ਨੂੰ ਛੁਡਾ ਕੇ ਲਿਆਉਂਦੇ ਆ। ਭਾਈ ਤਾਰੂ ਸਿੰਘ ਦੀ ਬਾਅਦ ਚ ਸ਼ਹਾਦਤ ਹੁੰਦੀ ਆ। ਗੱਲ ਕੀ ਜੋ ਸ਼ਰਨ ਆਵੈ ਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਅਖੀਰ ਦੇ ਵਿੱਚ ਇੱਕ ਇਤਿਹਾਸ ਦਾ ਪੱਖ ਜਿਹੜਾ ਹੈ ਉਹ ਮੈਂ ਆਪ ਜੀ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚੋਂ ਇੱਕ ਸਿੱਖਿਆ। ਤੇ ਔਰੰਗਜ਼ੇਬ ਜਿਹਨੇ ਇੰਨਾ ਜ਼ੁਲਮ ਕੀਤਾ ਤੇ ਉਹਨੇ ਇੱਕ ਪੰਧਨਾਮਾ ਲਿਖਿਆ। ਜਦੋਂ ਰਾਜੇ ਚੜ੍ਹਾਈ ਕਰ ਜਾਂਦੇ ਸੀ ਨਾ, ਜਾਂ ਉਹਨਾਂ ਦਾ ਅਖੀਰਲਾ ਸਮਾਂ ਹੁੰਦਾ ਸੀ, ਤੇ ਪੰਧਨਾਮਾ ਲਿਖਿਆ ਜਾਂਦਾ ਸੀ। ਤੇ ਪੰਧਨਾਮੇ ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਕਹਿ ਲਓ, ਆਪਣੇ ਬੱਚਿਆਂ ਨੂੰ ਕਹਿ ਲਓ, ਕੁਝ ਨਾ ਕੁਝ ਲਿਖ ਕੇ ਦੇ ਕੇ ਜਾਂਦੇ ਸੀ। ਜਿਹੜਾ ਔਰੰਗਜ਼ੇਬ ਨੇ ਪੰਧਨਾਮਾ ਲਿਖਿਆ, ਪ੍ਰਿੰਸੀਪਲ ਸਤਵੀਰ ਸਿੰਘ ਨੇ ਜਿਹਦਾ ਜ਼ਿਕਰ ਕੀਤਾ, ਉਹ ਦੇਖਣ ਵਾਲਾ ਹੈ। ਉਸ ਤੋਂ ਬਾਅਦ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਅਖੀਰ ਚ ਆਪਾਂ ਗੱਲ ਕਰੀਏ, ਉਸ ਤੋਂ ਬਾਅਦ ਸਮਾਪਤੀ ਕਰ ਦੇਣੀ। ਪੰਧਨਾਮੇ ਚ ਔਰੰਗਜ਼ੇਬ ਲਿਖਦਾ, ਜਿਹਨੇ 50 ਸਾਲ ਰਾਜ ਕੀਤਾ ਹੈ, ਉਹ ਲਿਖਦਾ ਹੈ ਆਪਣਾ ਪੰਧਨਾਮਾ, ਜਿਹੜਾ ਮੁਕਾਲਿਫ ਜਾਦੂਨਾਥ ਸਰ ਜਾਦੂਨਾਥ ਸਰਕਾਰ ਦਾ ਖਿਆਲ ਹੈ ਕਿ ਉਹਦੇ ਜਾਣ ਤੋਂ ਬਾਅਦ ਉਹਦੇ ਪਲੰਗ ਤੇ ਉਹਦੇ ਤਕੀਏ ਦੇ ਥੱਲੇ, ਸਰਾਣੇ ਦੇ ਥੱਲੋਂ ਮਿਲਿਆ। ਉਹ ਕਹਿੰਦਾ ਵੀ ਉਹ ਆਪਣੇ ਹੱਥੀ ਲਿਖ ਕੇ ਗਿਆ, ਮੇਰੇ ਹੱਥੀ ਟੋਪੀਆਂ ਸੀਤੀਆਂ ਹੋਈਆਂ ਟੋਪੀਆਂ ਦੀ ਆਮਦਨ ਤੋਂ ਬਚੇ ਹੋਏ 4 ਆਨੇ 2 ਰੁਪਏ ਮਾਲਦਾਰ ਕੋਲ ਪਏ ਹੋਏ ਨੇ। ਮਾਲਦਾਰ ਅੱਲਾ ਬੇਗ ਕੋਲ, ਉਸ ਕੋਲੋਂ ਲੈ ਲੈਣੇ ਤੇ ਮੇਰੇ ਜਾਣ ਤੋਂ ਬਾਅਦ ਉਹਦਾ ਕਫਨ ਸਮਾਉਣਾ। ਉਸ ਤੋਂ ਬਾਅਦ ਉਹ ਕਹਿੰਦਾ ਕੁਰਾਨ ਪਾਕ ਦੀਆਂ ਨਕਲਾਂ ਕਰਕੇ ਕਮਾਏ ਹੋਏ ਪੈਸੇ ਜਿਹੜੇ 300-400 ਰੁਪਏ ਮੇਰੇ ਕੋਲ ਪਏ ਹੋਏ ਨੇ, ਉਹਨੇ ਉਹ ਕਹਿੰਦਾ ਗਰੀਬਾਂ ਵਿੱਚ ਵੰਡ ਦਿਓ। ਅਖੀਰ 'ਚ ਜਾ ਕੇ ਉਹਨੂੰ ਇਹ ਸੋਝੀ ਆਉਂਦੀ। ਅਗਲੀ ਗੱਲ, ਉਹ ਪੰਧਨਾਮੇ 'ਚ ਲਿਖਦਾ, ਬੁਢਾਪਾ ਆ ਗਿਆ, ਮੈਂ ਨਿਰਬਲ ਹੋ ਗਿਆ, ਮੈਂ ਇਕੱਲਾ ਰਹਿ ਗਿਆ, ਹੁਣ ਇਕੱਲਾ ਹੀ ਆਇਆ, ਇਕੱਲਾ ਹੀ ਜਾ ਰਿਹਾ। ਦੇਖੋ, ਜਿਹਨੇ 50 ਸਾਲ ਰਾਜ ਕੀਤਾ, ਇੰਨੀ ਉਮਰ ਭੋਗੀ, ਅਖੀਰ 'ਚ ਨਿਰਾਸ਼ ਹੋ ਕੇ ਜਾ ਰਿਹਾ। ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ 'ਚੋਂ ਸਿਧਾਂਤ ਪੜ੍ਹਨਾ। ਫਿਰ ਅਖੀਰ ਤੇ ਨਾ ਮੈਂ ਕਹਿੰਦਾ ਸਾਮਰਾਜ ਦਾ ਸੱਚਾ ਸੁੱਚਾ ਪ੍ਰਬੰਧ ਕਰ ਸਕਿਆ, ਨਾ ਮੈਂ ਪ੍ਰਜਾ ਦਾ ਪਾਲਕ ਬਣ ਸਕਿਆ। ਉਹਦੇ ਪੰਧਨਾਮੇ ਦੇ ਜ਼ਿਕਰ ਆ। ਕਹਿੰਦਾ ਮੈਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਆਇਆ, ਮੈਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾ ਰਿਹਾ। ਹੁਣ ਕਹਿੰਦਾ ਪਾਪਾਂ ਦਾ ਭਾਗੀ ਬਣ ਗਿਆ। ਇੱਕ ਗੱਲ ਜਿਹੜੀ ਉਹ ਪੰਧਨਾਮੇ 'ਚ ਜ਼ਿਕਰ ਕਰਦਾ ਨਾ, ਉਹ ਕਹਿੰਦਾ ਹੈ ਬਈ ਮੇਰੀ ਇੰਨਾ ਕੁਝ ਮੈਂ ਜ਼ਿੰਦਗੀ ਮਾਣੀ, ਸਾਰਾ ਕੁਝ ਕੀਤਾ। ਕਹਿੰਦਾ ਸਿਰਫ ਜਿਹੜਾ ਮੈਂ ਇਸ 50 ਸਾਲ ਦੀ ਸਲਤਨਤ ਦੇ ਵਿੱਚ ਜਿਹੜੀ ਮੈਂ ਨਮਾਜ਼ ਅਦਾ ਕੀਤੀ, ਕੇਵਲ ਤੇ ਕੇਵਲ ਉਹੀ ਮੇਰਾ ਸਮਾਂ ਸਫਲ ਹੈ, ਬਾਕੀ ਸਾਰਾ ਹੀ ਮੇਰਾ ਸਮਾਂ ਜਿਹੜਾ ਉਹ ਵਿਅਰਥ ਆ। ਔਰੰਗਜ਼ੇਬ ਲਿਖ ਰਿਹਾ। ਅਖੀਰ 'ਚ ਕਹਿੰਦਾ ਡਰ ਲੱਗਦਾ ਮੌਤ ਤੋਂ, ਮੌਤ ਨੇੜੇ ਆ ਰਹੀ, ਮੇਰੀ ਬੇਗਮ ਵੀ ਮੇਰੇ ਹੱਥੋਂ ਦੁਖੀ ਹੋ ਕੇ ਮਰ ਗਈ ਤੇ ਮੈਨੂੰ ਕਹਿੰਦਾ ਹੁਣ ਡਰ ਲੱਗ ਰਿਹਾ। ਇਹ ਔਰੰਗਜ਼ੇਬ ਕਹਿ ਰਿਹਾ ਜਿਹਨੇ ਇੰਨਾ ਜ਼ੁਲਮ ਕੀਤਾ, ਜਿਹੜਾ ਆਪਣੇ ਆਪ 'ਚ ਰਾਜਾ ਸੀ, ਸਾਰਾ ਕੁਝ ਸੀ। ਹੁਣ ਗੁਰੂ ਤੇਗ ਬਹਾਦਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਸਾਧ ਸੰਗਤ, ਅਖੀਰਲਾ ਰਾਗ ਹੈ ਜੈਜਾਵੰਤੀ ਰਾਗ। ਉਹ ਪੰਧਨਾਮਾ ਦੇ ਰਿਹਾ, ਜਾਂ ਆਪਾਂ ਇਹ ਕਹਿ ਲਈਏ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਪੰਧਨਾਮਾ ਕੀ ਦੇ ਰਹੇ, ਕੀ ਸਿੱਖਿਆ ਦੇ ਰਿਹਾ। ਉਹ ਜਾਣ ਲੱਗਿਆ, ਜਿਹਨੇ ਰਾਜ ਭਾਗ ਮਾਣਿਆ, ਉਹ ਰੋ ਰਿਹਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਹਾਦਤ ਦੇਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜੈਜਾਵੰਤੀ ਦੇ ਰਿਹਾ। ਹੁਣ ਜੈਜਾਵੰਤੀ ਕਿਉਂ? ਸਾਧ ਸੰਗਤ, ਜੈਜਾਵੰਤੀ ਇਸ ਕਰਕੇ, ਜੈਜਾਵੰਤੀ ਦਾ ਅਰਥ ਹੀ ਜੈ ਜੈਕਾਰ ਹੈ। ਇਹ ਕਹਿੰਦੇ ਰਾਜਸਥਾਨ ਦਾ ਰਾਗ ਹੈ। ਤੇ ਜਦੋਂ ਰਾਜਸਥਾਨ ਦੇ ਵਿੱਚੋਂ ਜਦੋਂ ਤੋਰਿਆ ਜਾਂਦਾ ਸੀ ਨਾ, ਉਹ ਆਪਣੇ ਪੁੱਤਰ ਨੂੰ ਸ਼ਹਾਦਤ ਦੇ ਲਈ ਤੋਰਦੇ ਸਨ ਮੈਦਾਨੇ ਜੰਗ ਦੇ ਵਿੱਚ, ਤੇ 2 ਗੱਲਾਂ ਕਹੀਆਂ ਜਾਂਦੀਆਂ ਸੀ ਵੀ ਸੱਜਣਾ ਚੇਤਾ ਰੱਖੀ, ਜਾਂ ਤਾਂ ਜਿੱਤ ਕੇ ਆਈ ਤੇ ਜਾਂ ਪਿੱਠ ਦਿਖਾ ਕੇ ਨਾ ਆਈ, ਜਾਂ ਤੇਰਾ ਸਰੀਰ ਜਾਂ ਸ਼ਹੀਦ ਹੋ ਕੇ ਆਈ, ਤੇਰੀ ਮ੍ਰਿਤਕ ਦੇ ਪਹੁੰਚਣੀ ਚਾਹੀਦੀ। 2 ਗੱਲਾਂ ਚੇਤਾ ਰੱਖੀ। ਜਦੋਂ ਜਿੱਤ ਕੇ ਆਉਂਦਾ ਸੀ,
ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਭੱਟ ਜੈਜਾਵੰਤੀ ਪੜ੍ਹਦੇ ਹੁੰਦੇ ਸਨ, ਉਹਦੇ ਸੋਹਲੇ ਗਾਉਂਦੇ ਹੁੰਦੇ ਸਨ। ਹੁਣ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਚੇਤਾ ਰੱਖਿਓ ਰਾਗਾਂ ਦੀ ਤਰਤੀਬ ਦੇਖੋ, ਅਖੀਰ ਦੀ ਜੈਜਾਵੰਤੀ ਆ। ਵੈਸੇ ਹੁਣ ਸਮਾਂ ਨਹੀਂ, ਜੇ ਕਿਤੇ ਸਮਾਂ ਹੋਵੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਬਾਰੇ ਤੇ ਰਾਗਾਂ ਬਾਰੇ ਗੱਲ ਕਰੀਏ ਤੇ 15 ਰਾਗ ਹੈ, ਜਿੱਦਾਂ ਦੇ ਰਾਗ ਨੇ ਅਰਥ ਨੇ ਰਾਗਾਂ ਦੇ, ਉਦਾਂ ਦੇ ਹੀ ਸ਼ਬਦ ਅੱਗੇ ਲਿਖੇ ਹੋਏ ਨੇ। ਭਾਵੇਂ ਗੌੜੀ ਨੂੰ ਪੜੋ ਤੇ ਭਾਵੇਂ ਸੋਠ ਨੂੰ ਪੜੋ ਤੇ ਭਾਵੇਂ ਧਨਾਸਰੀ ਨੂੰ ਪੜੋ ਤੇ ਸ਼ਬਦਾਂ ਨੂੰ ਪੜੋ। ਖੈਰ, ਜੈਜਾਵੰਤੀ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਅਖੀਰ ਚ ਦੇ ਕੇ ਜਾਂਦੇ ਨੇ, ਉਹ ਜੈਜਾਵੰਤੀ ਗਾ ਕੇ ਜਾਂਦੇ ਨੇ, ਭਾਵ ਜੈ ਜੈਕਾਰ ਕਰਕੇ ਜਾ ਰਹੇ ਨੇ। ਉਹ ਸ਼ਬਦਾਂ ਨੂੰ ਪੜ੍ਹ ਕੇ ਦੇਖੋ, ਜਿੱਥੇ ਮੌਤ ਦੀ ਗੱਲ ਕੀਤੀ ਉੱਥੇ ਸਤਿਗੁਰੂ ਸੁਚੇਤਤਾ ਦੀ ਗੱਲ ਕਰਕੇ ਵੀ ਸੰਸਾਰ ਚੋਂ ਬੰਦੇ ਨੂੰ ਭੇਜਦੇ ਪਏ। ਬੀਤ ਜੈ ਹੈ ਜਨਮ ਅਕਾਦ ਰੇ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨ ਰੇ ਅਜਾਨ, ਕਾਲ ਤੋਂ ਪਹੁੰਚਿਓ ਆਣ, ਕਹਾਂ ਜੈ ਹੈ ਭਾਦ ਰੇ, ਅਸਥਰ ਜੋ ਮਾਨਿਓ ਦੇ, ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਾਜ ਰੇ, ਰਾਮ ਭਗਤ ਹੀਏ ਆਣ, ਛਾੜ ਦੇ ਤੈ ਮਨ ਕੋ ਮਾਣ, ਨਾਨਕ ਜਨ ਇਹ ਬਖਾਨ, ਜਗ ਮੈਂ ਬਿਰਾਜ ਰੇ। ਅਖੀਰ ਚ ਮੈਂ ਬੇਨਤੀ ਕਰਾਂ ਸਾਧ ਸੰਗਤ, ਮਕਾਲਫ ਲਿਖਦਾ ਏ, ਕਹਿੰਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ ਕਿਸੇ ਨਾਲ ਤੁਲਨਾ ਨਾ ਕੀਤੀ ਜਾਵੇ। ਜਿੱਦਾਂ ਦੌਲਤ ਰਾਏ ਆਰੀਏ ਕਹਿੰਦਾ ਹੈ ਨਾ ਵੀ ਉਲਟੀ ਗੰਗਾ ਬਹਾ ਦਿੱਤੀ, ਤੇ ਇਹਨੂੰ ਕਨਿੰਗਮ ਕਹਿੰਦਾ ਆਪੂ ਸਹੇੜੀ ਸ਼ਹਾਦਤ। ਵੀ ਸਤਿਗੁਰੂ ਸੱਚੇ ਪਾਤਸ਼ਾਹ ਆਪ ਸ਼ਹਾਦਤ ਦੇਣ ਦੇ ਲਈ ਗੁਰੂ ਪਾਤਸ਼ਾਹ ਆਪ ਤੁਰੇ। ਤੇ ਇਸੇ ਤਰੀਕੇ ਦੇ ਨਾਲ ਮਕਾਲਫ ਕਹਿੰਦਾ ਹੈ ਵੀ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੀ ਕਿਸੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਇੱਕ ਅਦੁੱਤੀ ਹੈ, ਇਹ ਇੱਕ ਲਾਸਾਨੀ ਹੈ, ਇਹ ਇੱਕ ਬੇਮਿਸਾਲ ਸ਼ਹਾਦਤ ਹੈ, ਇਹਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਗਾਰਡਨ ਵਿਦਵਾਨ ਇੱਥੋਂ ਤੱਕ ਕਹਿੰਦਾ ਕਿ ਇਸ ਸ਼ਹਾਦਤ ਨਾਲ ਤਿੱਖੀਆਂ ਸੂਲਾਂ ਜਿਹੜੀਆਂ ਸੀ ਉਹ ਬੀਜੀਆਂ ਗਈਆਂ, ਜਿਹੜੀਆਂ ਛੇਤੀ ਹੀ ਖਾਲਸਾ ਰੂਪ ਵਿੱਚ ਪ੍ਰਗਟ ਹੋ ਗਈਆਂ। ਇਸ ਵਿੱਚ ਰੱਤੇ ਭਰ ਵੀ ਸ਼ੱਕ ਨਹੀਂ। ਉਹ ਕਹਿੰਦਾ ਕਿ ਗੁਰੂ ਜੀ ਦੀ ਸ਼ਹਾਦਤ ਨੇ ਔਰੰਗਜ਼ੇਬ ਦੀ ਧਾਰਮਿਕ ਪਾਲਿਸੀ ਵਿਰੁੱਧ ਡਟ ਖਲੋਣ ਦਾ ਜਜ਼ਬਾ ਪੈਦਾ ਕਰ ਦਿੱਤਾ। ਖੈਰ, ਸਾਧ ਸੰਗਤ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮਾ ਪੀਤਾ, ਸਿੱਖਾਂ ਨੇ ਸ਼ਹਾਦਤ ਦਾ ਜਾਮਾ ਪੀਤਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਤੇ ਗੁਰੂ ਜੀ ਦੇ ਸਿਧਾਂਤਾਂ ਦੇ ਉੱਤੇ ਚੱਲੀਏ, ਸਾਡਾ ਜੀਵਨ ਸਫਲ ਹੋ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਚਰਨਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਕਈ ਪੱਖਾਂ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਹਨ। ਅੱਜ ਦੇ ਵਿਚਾਰ ਨਾਲ ਸੰਬੰਧਿਤ ਸੰਗਤ ਵਿੱਚੋਂ ਕਿਸੇ ਦਾ ਕੋਈ ਸਵਾਲ ਜਾਂ ਕੋਈ ਕਮੈਂਟ ਹੋਵੇ ਤਾਂ ਆਪ ਜੀ ਹੈਂਡ ਰੇਜ਼ ਕਰਕੇ ਆਪਣੀ ਗੱਲ ਸੰਗਤ ਨਾਲ ਸਾਂਝੀ ਕਰ ਸਕਦੇ ਹੋ। ਹਾਂਜੀ, ਸੰਗਤ ਵਿੱਚੋਂ ਸਰਦਾਰ ਕਿਰਪਾਲ ਸਿੰਘ ਜੀ ਦਾ ਹੈਂਡ ਰੇਜ਼ ਹੋਇਆ, ਪਲੀਜ਼ ਅਨਮਿਊਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਬਹੁਤ ਸੋਹਣੀ ਪ੍ਰੈਜੈਂਟੇਸ਼ਨ ਹੈ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਸਾਨੂੰ ਵਿਚਾਰਨ ਲਈ, ਜਿਹੜੇ ਭਾਈ ਸਾਹਿਬ ਨੇ ਵੀ ਦਿੱਤਾ ਹੈਗਾ ਐਮਫੈਸਿਸ, ਕਿ ਵੀ ਜਿਹੜਾ ਹਿੰਦ ਦੀ ਚਾਦਰ ਕਹਿਣਾ ਨਾ, ਇਹ ਸਾਡਾ ਉਹ ਉਸ ਤਰ੍ਹਾਂ ਦਾ ਬਣ ਜਾਂਦੀ ਹੈ ਗੱਲ ਕਿ ਵੀ ਗੰਗਾ ਗਏ ਗੰਗਾ ਰਾਮ ਬਣ ਗਿਆ, ਜਮਨਾ ਗਏ ਜਮਨਾ ਦਾਸ। ਜਦੋਂ ਕਿ ਉਹ ਜਿਹੜੇ ਸ੍ਰਿਸ਼ਟ ਪਰ ਢਾਪੀ ਚਾਦਰ